ਸੋ ਅੱਜ ਦਾ ਦਿਨ ਵੀ ਜਦੋਂ ਅਸੀਂ ਯਾਦ ਕਰਦੇ ਆ ਮਾਰਚ 23 ਤੇ ਸਾਨੂੰ ਯਾਦ ਆਉਂਦੀ ਆ ਉਹ ਲਾਸਾਨੀ ਸ਼ਹੀਦੀ, ਸ਼ਹੀਦ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਜੀ ਤੇ ਸੁਖਦੇਵ ਜੀ। ਇਹਨਾਂ ਮਹਾਨ ਸ਼ਹੀਦਾਂ ਦੀ ਦਿੱਤੀ ਇਸ ਸ਼ਹੀਦੀ ਦੀ ਬਦੌਲਤ ਅਸੀਂ ਅੱਜ ਜੋ ਡੈਮੋਕ੍ਰੇਸੀ, ਜੋ ਲੋਕਤੰਤਰ ਦਾ ਨਿੱਘ ਮਾਣ ਰਹੇ ਆ, ਉਹ ਸਾਨੂੰ ਇਹਨਾਂ ਯੋਧਿਆਂ ਦੀ ਲੜੀ ਹੋਈ ਲੜਾਈ ਦੇ ਨਤੀਜੇ ਵਜੋਂ ਮਿਲੀ ਹੈ। ਸੋ ਜਦੋਂ ਵੀ ਕੋਈ ਇਦਾਂ ਦੀ ਪਬਲਿਕ ਹੌਲੀਡੇ ਹੁੰਦੀ ਆ ਇਹਨਾਂ ਦਿਨਾਂ ਨੂੰ ਯਾਦ ਕਰਨ ਲਈ, ਉਹ ਸਾਡੇ ਮੋਢਿਆਂ ਤੇ ਇੱਕ ਵੱਡਾ ਜਿਹੜਾ ਹੈਗੀ ਜ਼ਿੰਮੇਵਾਰੀ ਪਾਉਂਦੀ ਹੈ ਕਿ ਅਸੀਂ ਉਹਨਾਂ ਤੋਂ ਸਿੱਖਦੇ ਕੀ ਆ, ਕਿ ਅਸੀਂ ਇਹਨਾਂ ਹੌਲੀਡੇਜ਼ ਦੇ ਵਿੱਚ ਸਿਰਫ ਇੰਜੋਏ ਕਰਕੇ ਇੱਕ ਛੁੱਟੀ ਦੀ ਤਰ੍ਹਾਂ ਮਾਣਦੇ ਆ ਜਾਂ ਇਹ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਆ। ਸੋ ਇੱਕ ਕੋਸ਼ਿਸ਼ ਕੀਤੀ ਗਈ ਹੈ GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਵੱਲੋਂ in collaboration with Council for Teacher Education Foundation ਪੰਜਾਬ ਐਂਡ ਚੰਡੀਗੜ੍ਹ ਚੈਪਟਰ, ਕਿ ਅਸੀਂ ਇਹਨਾਂ ਯੋਧਿਆਂ ਦੀ ਜੋ ਸਾਡੇ ਵਾਸਤੇ ਮਾਰਗਦਰਸ਼ਕ ਵੀ ਨੇ, ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਪਲਾਂ ਨੂੰ ਅਸੀਂ ਸਾਰਿਆਂ ਦੇ ਨਾਲ ਸਾਂਝਾ ਕਰ ਸਕੀਏ, ਤਾਂ ਜੋ ਅਸੀਂ ਸਮਝ ਸਕੀਏ ਐਜ਼ ਅ ਟੀਚਰ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਤੱਕ, ਆਪਣੇ ਸਮਾਜ ਤੱਕ ਲੈ ਕੇ ਜਾ ਸਕੀਏ। ਸੋ ਇਸ ਕੰਮ ਵਾਸਤੇ ਅਸੀਂ ਅੱਜ ਰਿਕੁਐਸਟ ਕੀਤੀ ਸੀ ਡਾਕਟਰ ਜਗਵੰਤ ਸਿੰਘ ਜੀ ਨੂੰ, ਜੋ ਕਿ ਆਪਣੇ ਆਪ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਆਈਡੀਅਲ ਮੰਨਦੇ ਨੇ, ਤੇ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਉਹ ਜਗ ਜ਼ਾਹਰ ਨੇ ਕਿ ਕਿਸ ਤਰ੍ਹਾਂ ਸਿਧਾਂਤਾਂ ਤੇ ਰਹਿ ਕੇ, ਆਪਣੇ ਸਿਧਾਂਤਾਂ ਨੂੰ ਨਾ ਛੱਡਣਾ ਤੇ ਉੱਤੇ ਅਟਲ ਰਹਿ ਕੇ ਕਿਸੇ ਵੀ ਖੇਤਰ ਦੇ ਵਿੱਚ ਸੇਵਾ ਕਰਨੀ। ਤੋ ਅਸੀਂ ਵੈਲਕਮ ਕਰਦੇ ਹਾਂ ਡਾਕਟਰ ਜਗਵੰਤ ਸਿੰਘ ਜੀ ਦਾ ਅੱਜ ਦੀ ਮੀਟਿੰਗ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਉਹਨਾਂ ਦਾ ਕੀਮਤੀ ਸਮਾਂ ਸਾਨੂੰ ਦੇਣ ਵਾਸਤੇ। ਤੇ ਇਸ ਦੇ ਨਾਲ ਹੀ ਜੋ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ ਹੈ ਪੰਜਾਬ ਐਂਡ ਚੰਡੀਗੜ੍ਹ ਚੈਪਟਰ, ਉਹ ਹਮੇਸ਼ਾ ਹੀ ਇਹੋ ਜਿਹੀਆਂ ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹਨਾਂ ਵਾਸਤੇ, ਜਾਂ ਨਵੀਂ ਕੋਈ ਵੀ ਕੋਸ਼ਿਸ਼ ਹੈ ਐਜ਼ ਅ ਟੀਚਰ ਐਜੂਕੇਸ਼ਨ ਕਾਲਜ, ਉਹ ਹਮੇਸ਼ਾ ਸਾਨੂੰ ਮੋਟੀਵੇਟ ਕਰਦੇ ਰਹਿੰਦੇ ਨੇ। ਸੋ ਪ੍ਰੈਜ਼ੀਡੈਂਟ ਆਫ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ ਡਾਕਟਰ ਖੁਸ਼ਵਿੰਦਰ ਕੁਮਾਰ ਜੀ ਨੇ ਵੀ ਆਪਣਾ ਕੀਮਤੀ ਸਮਾਂ ਕੱਢਦੇ ਹੋਏ ਸਾਡੇ ਨਾਲ ਜੁਆਇਨ ਕੀਤਾ। ਵੈਲਕਮ ਸਰ, ਵੈਲਕਮ ਯੂ in this lecture series. We are starting with a new concept in collaboration with the Council for Teacher Education Foundation, where we will try to celebrate these important days and try to get some guidance from these days so that we can imbibe some value culture in our students. So as a ਅਧਿਆਪਕ ਸਾਡੇ ਸਿਰ ਤੇ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਦਿਨਾਂ ਦੀ ਉਹ ਜਿਹੜੀ ਖਾਸ ਚੀਜ਼ ਹੈ, ਅਸੀਂ ਕਿਉਂ ਦਿਨ ਯਾਦ ਰੱਖਦੇ ਹਾਂ, ਕਿਉਂ ਸਾਨੂੰ ਛੁੱਟੀ ਹੁੰਦੀ ਹੈ, ਤੇ ਅਸੀਂ ਉਹਨਾਂ ਨੂੰ ਯਾਦ ਕਰ ਬੁੱਕ ਪਈ ਸੀ ਭਗਤ ਸਿੰਘ ਜੀ ਦੁਆਰਾ ਲਿਖੀ ਹੋਈ, ਜਿਹਨੂੰ ਆਪਾਂ ਮੈਂ ਨਾਸਤਿਕ ਕਿਉਂ ਹਾਂ, ਉਹਦੇ ਵਿੱਚੋਂ ਮੈਂ ਕਈ ਵਾਰ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਸਾਰੇ ਤੱਥ ਕਈ ਵਾਰ ਨਹੀਂ ਪੜ੍ਹ ਸਕਿਆ ਸਾਂ। ਜਦੋਂ ਮੈਂ ਇਸ ਕਨਸੈਪਟ ਨੂੰ 2 ਦਿਨ ਪਹਿਲਾਂ ਸੋਚਿਆ ਕਿ ਕਿਉਂ ਨਾ ਸ਼ਹੀਦ ਭਗਤ ਸਿੰਘ ਜੀ ਦੇ, ਰਾਜਗੁਰੂ ਸੁਖਦੇਵ ਜੀ ਦੀ ਇਸ ਲਾਸਾਨੀ ਜਿਹੜੀ ਸ਼ਹੀਦੀ ਆ ਉਹਨੂੰ ਯਾਦ ਕੀਤਾ ਜਾਵੇ, ਤਾਂ ਮੈਂ ਵੀ ਉਹ ਬੁੱਕ ਨੂੰ 2-3 ਵਾਰੀ ਦੁਬਾਰਾ ਪੜ੍ਹਿਆ। ਸੋ ਮੇਰੇ ਵਾਸਤੇ ਵੀ ਜ਼ਰੂਰੀ ਸੀ ਕਿ ਇਸ ਬਹਾਨੇ ਨਾਲ ਅਸੀਂ ਕੁਝ ਨਾ ਕੁਝ ਪੜ੍ਹਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਪੜ੍ਹਨ ਦਾ ਸ਼ੌਂਕ ਵੈਸੇ ਹੀ ਪੰਜਾਬੀਆਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ। ਜਦੋਂ ਅਸੀਂ ਕਿਤਾਬਾਂ ਦੀ ਗੱਲ ਕਰਦੇ ਹਾਂ, ਜਦੋਂ ਭਗਤ ਸਿੰਘ ਦੀਆਂ ਪੜ੍ਹੀਆਂ ਕਿਤਾਬਾਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਸਿੱਖ ਲੈਣੀ ਚਾਹੀਦੀ ਹੈ ਕਿ ਉਹਨੇ ਕਿੰਨੀਆਂ ਕਿਤਾਬਾਂ ਪੜ੍ਹ ਕੇ ਆਪਣੇ ਵਿਚਾਰ ਬਣਾਏ ਸੀ, ਆਪਣੀ ਵਿਚਾਰਾਂ ਦੀ ਜਿਹੜੀ ਤਲਵਾਰ ਸੀ ਉਹਨੂੰ ਕਿਵੇਂ ਤਿੱਖਾ ਕੀਤਾ ਸੀ। ਸਾਡੇ ਵਾਸਤੇ ਭਗਤ ਸਿੰਘ ਹਮੇਸ਼ਾ ਇੱਕ ਬੰਬ ਸਿੱਟਣ ਵਾਲੇ ਦੇ ਤੌਰ ਤੇ ਜਾਂ ਲੜਾਕੂ ਦੇ ਤੌਰ ਤੇ ਯਾਦ ਜ਼ਿਆਦਾ ਰੱਖਿਆ ਜਾਂਦਾ, ਐਜ਼ ਅ ਚਿੰਤਕ ਦੇ ਤੌਰ ਤੇ ਸ਼ਾਇਦ ਸਾਡੀ ਯੂਥ ਉਹਨੂੰ ਉਹਨਾਂ ਯਾਦ ਨਹੀਂ ਰੱਖਦੀ। ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਜਿਹੜੀਆਂ ਚੀਜ਼ਾਂ ਨੂੰ ਟੱਚ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਵੀ ਟੱਚ ਕਰਨ ਦੀ ਕੋਸ਼ਿਸ਼ ਕਰੀਏ। ਸੋ ਸਭ ਤੋਂ ਪਹਿਲਾਂ ਅੱਜ ਦੀ ਮੈਂ ਰਿਕੁਐਸਟ ਕਰਾਂਗਾ ਡਾਕਟਰ ਖੁਸ਼ਵਿੰਦਰ ਕੁਮਾਰ ਜੀ ਨੂੰ ਕਿ ਉਹ ਅੱਜ ਦੇ ਜਿਹੜਾ ਲੈਕਚਰ ਸੀਰੀਜ਼ ਹੈ ਉਹਨੂੰ ਆਪਣੇ ਜਿਹੜੇ ਹੈਗੇ ਨੇ ਵੈਲਿਊਬਲ ਵਿਊਜ਼ ਦੇ ਨਾਲ ਸ਼ੁਰੂ ਕਰਨ, ਤੇ ਸਾਡੀ ਇਸ ਕੋਸ਼ਿਸ਼ ਨੂੰ ਜੋ ਅਸੀਂ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ ਦੇ ਨਾਲ ਕਰਨ ਜਾ ਰਹੇ ਹਾਂ ਉਹਦੇ ਵਾਸਤੇ ਸਾਨੂੰ ਸੇਧ ਦੇਣ। ਡਾਕਟਰ ਖੁਸ਼ਵਿੰਦਰ ਕੁਮਾਰ ਜੀ ਪਲੀਜ਼। ਥੈਂਕ ਯੂ ਡਾਕਟਰ ਪ੍ਰਗਟ। बड़ी मान भरी खुशी ले रहे हैं डॉक्टर जगवंत जी। जगवंत मैं 1995-96 का समा याद कर रहा सी जदों असीं सुधार कॉलेज दे विच बैठे, इसे तरह की चर्चा चली सी कि साडे थिंकर जिहड़े है वो सिर्फ एक छुट्टी बन के रह गए हैं। मैनूं खुशी है कि अज असीं उसे कॉन्सैप्ट नूं एक बार दोबारा फिर लैके CTF ਦੇ ਸਹਿਯੋਗ ਦੇ ਨਾਲ ਇਹ ਸੀਰੀਜ਼ ਜਿਹੜੀ ਕਿ ਪ੍ਰਗਟ ਸ਼ੁਰੂ ਕਰਨ ਜਾ ਰਿਹਾ ਹੈ।
ਬਲਕਿ ਮੈਂ ਇਸ ਦੇ ਨਾਲ ਅੱਜ ਸਾਡੇ ਕਾਲਜ ਦੇ ਵਿੱਚ ਵੀ ਇਸੇ ਸੀਰੀਜ਼ ਦੇ ਅੰਦਰ ਇੱਕ ਲੈਕਚਰ ਰੱਖਿਆ ਗਿਆ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਭਗ ਹਰ ਇੱਕ ਉਸ ਥਿੰਕਰ ਫਿਲਾਸਫਰ ਜੋ ਲੋਕਧਾਰਾ ਦਾ ਹਿੱਸਾ ਰਿਹਾ ਹੈ, ਜੋ ਸਾਡਾ ਲੋਕ ਸਾਹਿਤ ਦਾ ਰਚੇਤਾ ਰਿਹਾ ਹੈ, ਅਸੀਂ ਉਹਨਾਂ ਦੁਆਰਾ ਰਚੀਆਂ ਗੱਲਾਂ, ਉਹਨਾਂ ਦੁਆਰਾ ਦਿੱਤੀ ਸੇਧ ਨੂੰ ਸਾਡੇ ਵਿਦਿਆਰਥੀਆਂ ਦੇ ਸਾਹਮਣੇ ਲੈ ਕੇ ਆਈ। ਕਿਉਂਕਿ ਜਿਹੜੀ ਲੋਕਧਾਰਾ ਜਾਂ ਲੋਕ ਇਤਿਹਾਸ ਹੈ ਉਹ ਕਦੇ ਵੀ ਕਿਸੇ ਵੱਲੋਂ ਲਿਖਿਆ ਲਿਖਵਾਇਆ ਨਹੀਂ ਜਾਣਾ ਹੁੰਦਾ, ਉਹ ਜ਼ੁਬਾਨੀ ਚੱਲਦਾ ਹੈ, ਮੌਖਿਕ ਚੱਲਦਾ ਹੈ। ਮੈਨੂੰ ਕੁਝ ਦਿਨ ਪਹਿਲਾਂ ਇੱਕ ਬੜੀ ਅਜੀਬ ਘਟਨਾ ਵਾਪਰੀ ਜਿਹਨੇ ਮੈਨੂੰ ਬਹੁਤ ਝੰਜੋੜਿਆ। ਕੁਝ ਦਿਨ ਪਹਿਲਾਂ ਮੈਂ ਹਿਮਾਚਲ ਗਿਆ ਤੇ ਉੱਥੇ ਸ਼ਾਮ ਦੇ ਸਮੇਂ ਸਾਡਾ ਮੇਜ਼ਬਾਨ ਜਿਹੜਾ ਹੈ ਉਸ ਛੋਟੇ ਜਿਹੇ ਟਾਊਨ ਦਾ ਇੱਕ ਪ੍ਰਧਾਨ, ਮੇਰੇ ਨਾਲ ਮੇਰਾ ਇੱਕ ਦੋਸਤ ਸਰਾਭੇ ਪਿੰਡ ਤੋਂ ਸੀ। ਅਸੀਂ ਬੜੇ ਮਾਣ ਨਾਲ ਉਹਨੂੰ ਸਰਾਭਾ ਪਿੰਡ ਤੇ ਉਹਦੇ ਨਾਲ ਐਸੋਸੀਏਸ਼ਨ ਜਿਹੜਾ ਸਾਡਾ ਦੋਸਤ ਸੀ ਉਹਦੇ ਬਾਰੇ ਦੱਸ ਰਹੇ ਸੀ। ਬੜਾ ਅਜੀਬ ਝਟਕਾ ਲੱਗਿਆ ਜਦੋਂ 10-15 ਮਿੰਟ ਦੀ ਗੱਲ ਤੋਂ ਬਾਅਦ ਉਸ ਸ਼ਖਸ ਨੇ ਕਿਹਾ ਕਿ ਜੀ ਇਹ ਸਰਾਭਾ ਜੀ ਕੌਣ ਨੇ? ਭਾਵ ਸਾਡੀਆਂ ਸਿਮਰਤੀਆਂ ਚੋਂ ਸਾਡੇ ਜਿਹੜੇ ਨਾਇਕ ਨੇ ਉਹ ਐਵੇਂ ਤਿਲਕਦੇ ਚਲੇ ਜਾ ਰਹੇ। ਤੇ ਦੂਜੀ ਜਿਹੜੀ ਮੈਨੂੰ ਸ਼ੁਰੂ ਤੋਂ ਬਹੁਤ ਲੰਬੀ ਦੇਰ ਤੋਂ ਚਿੰਤਾ ਹੈ, ਜਿਹਦਾ ਜ਼ਿਕਰ ਪ੍ਰਗਟ ਵੀ ਕਰ ਗਿਆ ਕਿ ਕੀ ਸਿਰਫ ਇੱਕ ਛੁੱਟੀ ਦਾ ਮਕਸਦ ਹੈ? ਪਰ ਇਹ ਛੁੱਟੀ ਤੋਂ ਵੀ ਅਗਲੀ ਗੱਲ ਹੈ, ਅਸੀਂ ਲੋਕ ਆਈਡੀਅਲ ਬੜੀ ਜਲਦੀ ਬਣਾਉਂਦੇ ਹਾਂ ਤੇ ਆਈਡੀਅਲ ਵੀ ਸ਼ਾਇਦ ਬੜੇ ਗਲਤ ਤਰੀਕੇ ਨਾਲ ਬਣਾਉਂਦੇ ਆ। ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਭਗਤ ਸਿੰਘ ਦਾ ਸਕੈਚ ਬਣਾਇਆ ਕਰਦਾ ਸੀ ਤੇ ਮੈਨੂੰ ਹੈਟ ਵਾਲਾ ਸਕੈਚ ਉਦੋਂ ਬਹੁਤ ਚੱਲਦਾ ਸੀ, ਉਹ ਚੰਗਾ ਲੱਗਦਾ ਸੀ। ਪਰ ਜਦੋਂ ਮੈਂ ਅੱਜ ਸੋਚਦਾ ਹਾਂ ਤਾਂ ਅੱਜ ਹੁਣ ਮੈਂ ਸੋਚਦਾ ਕਿ ਕਿਤੇ ਸਾਡੇ ਲਈ ਭਗਤ ਸਿੰਘ ਇੱਕ ਹੈਟ ਬਣ ਕੇ ਤਾਂ ਨਹੀਂ ਰਹਿ ਗਿਆ, ਜਾਂ ਕਿਤੇ ਇੱਕ ਕੇਸਰੀ ਪੱਗ ਬਣ ਕੇ ਤਾਂ ਨਹੀਂ ਰਹਿ ਗਿਆ, ਜਾਂ ਸਿਰਫ ਮੁੱਛ ਨੂੰ ਖੜੀ ਕਰਨ ਰਿਹਾ ਇੱਕ ਨੌਜਵਾਨ ਤਾਂ ਨਹੀਂ ਬਣ ਕੇ ਰਹਿ ਗਿਆ, ਜਾਂ ਸਿਰਫ ਤਾਂ ਨਹੀਂ ਰਹਿ ਗਿਆ, ਜਾਂ ਸਿਰਫ ਬੰਬ ਸਿੱਟਣ ਵਾਲਾ ਤਾਂ ਨਹੀਂ ਰਹਿ ਗਿਆ। ਇਹ ਸਾਰੇ ਕਾਸੇ ਦੇ ਪਿੱਛੇ ਉਸ ਦੀ ਇੱਕ ਜ਼ਿਹਨੀਅਤ ਜਿਹੜੀ ਸੀ, ਇੱਕ ਸ਼ਖਸੀਅਤ ਜਿਹੜੀ ਸੀ, ਉਹ ਸ਼ਖਸ ਨੂੰ ਸਮਝਣਾ ਤੇ ਉਹਦੀ ਸ਼ਖਸੀਅਤ ਨੂੰ ਸਮਝਣਾ ਬੜਾ ਜ਼ਰੂਰੀ ਹੈ। ਮੈਂ ਮੇਰੇ ਖਿਆਲ ਦੇ ਵਿੱਚ 15 ਸਾਲ ਪਹਿਲਾਂ ਇਹ ਕਿਤਾਬ ਜਦੋਂ ਪੰਜਾਬ ਸਰਕਾਰ ਨੇ ਛਾਪੀ ਸੀ ਤਾਂ ਉਦੋਂ ਮੈਨੂੰ ਪਹਿਲੀ ਵਾਰ ਇਹ ਪਤਾ ਲੱਗਿਆ ਕਿ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਜਿਹੜਾ ਕਿ ਸਭ ਤੋਂ ਆਥੈਂਟਿਕ ਸੋਰਸ ਹੈ ਉਹਦਾ, ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਪੰਜਾਬੀ 'ਚ ਨਹੀਂ, ਇੰਗਲਿਸ਼ 'ਚ ਲਿਖੀ ਗਈ ਹੈ। ਜਿਵੇਂ ਡਾਕਟਰ ਪ੍ਰਗਟ ਹੁਣੇ ਗੱਲ ਕਰ ਰਹੇ ਸੀ, ਤੇ ਜਦੋਂ ਮੈਂ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਮੈਂ ਹੈਰਾਨ ਸੀ ਕਿ ਇਹਦੇ 'ਚ 3 ਦਰਜਨ ਤੋਂ ਵੱਧ ਥਿੰਕਰਸ ਤੇ ਉਹਨਾਂ ਦੀਆਂ ਕੋਟਸ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਪੋਇਮਸ ਉਹਨੇ ਕੋਟ ਕੀਤੀਆਂ ਹੋਈਆਂ ਨੇ। ਤੇ ਇੱਕ ਅੰਡਰ ਗ੍ਰੈਜੂਏਟ ਵਿਦਿਆਰਥੀ ਉਸ ਸਮੇਂ ਦਾ ਭਗਤ ਸਿੰਘ, ਉਹਦੇ 'ਚ ਜਿਹੜੀ ਇੰਗਲਿਸ਼ ਦੀ ਵੋਕੈਬਲਰੀ ਹੈ ਇਸ ਜੇਲ੍ਹ ਡਾਇਰੀ ਦੇ ਵਿੱਚ, ਮੈਂ ਉਸ ਸਮੇਂ ਵੀ ਟੀਚਰ ਸੀ ਜਦੋਂ 15-20 ਸਾਲ ਪਹਿਲਾਂ ਇਹ ਪੜ੍ਹੀ ਤਾਂ ਮੈਨੂੰ ਵਾਰ-ਵਾਰ ਡਿਕਸ਼ਨਰੀ ਦਾ ਸਹਾਰਾ ਲੈਣਾ ਪਿਆ। ਸੋ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਕਿ ਅਜਿਹੇ ਤੇ ਪੈ ਚੁੱਕੇ ਪਰਦੇ ਨੂੰ ਉਤਾਰਨ ਲਈ ਸਾਡੇ ਨੌਜਵਾਨਾਂ ਸਾਹਮਣੇ ਲਿਆਉਣ ਦੀ ਅੱਜ ਦੀ ਚੋਣ ਅਸੀਂ ਉਸ ਸ਼ਖਸ ਦੀ ਕੀਤੀ ਹੈ ਜਿਹੜਾ ਆਪ ਲੋਕਾਂ ਦੇ ਵਿੱਚ, ਜਦੋਂ ਤੋਂ ਮੈਂ ਦੇਖਦਾ ਜਗਵੰਤ ਜੀ ਤੁਸੀਂ ਲੋਕਾਂ ਦੇ ਵਿੱਚ ਕਾਰਜਸ਼ੀਲ ਹੋ, ਲੋਕ ਲਹਿਰ ਦੇ ਵਿੱਚ ਕਾਰਜਸ਼ੀਲ ਹੋ, ਲੁਕਾਈ ਲਈ ਕਾਰਜਸ਼ੀਲ ਹੋ, ਜਨਤਕ ਮੁੱਦਿਆਂ ਲਈ ਕਾਰਜਸ਼ੀਲ ਹੋ। ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਅੱਜ ਦੇ ਇਸ ਪਲੇਟਫਾਰਮ ਤੇ ਜੀ ਆਇਆਂ ਕਹਿਣਾ। ਉਮੀਦ ਕਰਦਾ ਹੈਗਾ ਕਿ ਸਾਡੇ ਅਧਿਆਪਕ ਤੇ ਵਿਦਿਆਰਥੀਆਂ ਦੇ ਬਹੁਤ ਸਾਰੀਆਂ ਤੁਸੀਂ ਮਿੱਥਾਂ ਦੂਰ ਕਰੋਗੇ ਤੇ ਭਗਤ ਸਿੰਘ ਇੱਕ ਕਿਹੜੀ ਸੋਚ ਹੈ ਉਹ ਸੋਚ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਲਿਆਓਗੇ। ਤੇ ਇਸ ਦੇ ਨਾਲ ਮੈਂ ਜਿਹੜੇ ਬਹੁਤ ਸਾਰੇ ਹੋਰ ਕਾਲਜਾਂ ਦੇ ਅਧਿਆਪਕ ਸਹਿਬਾਨ ਜਾਂ ਪ੍ਰਿੰਸੀਪਲ ਸਹਿਬਾਨ ਜੁੜੇ ਹੋਏ ਨੇ, ਖਾਸ ਕਰਕੇ ਜਿਹੜੇ CTF ਦੇ ਮੈਂਬਰਸ ਨੇ, ਮੈਂ ਉਮੀਦ ਕਰਦਾ ਹੈਗਾ ਕਿ ਸਾਡਾ ਇਹ ਜੋ ਅਸੀਂ ਇੱਕ ਉਦਮ ਲਿਆ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਵੀ ਕੋਈ ਅਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਬਾਰੇ 'ਚ ਸਿਰਫ ਛੁੱਟੀ ਕਰਕੇ ਗੱਲ ਖਤਮ ਕਰ ਲਈ ਜਾਂਦੀ ਹੈ, ਅਸੀਂ ਉਹਨਾਂ ਬਾਰੇ ਇਹ ਸੀਰੀਜ਼ 2 ਕਾਲਜਾਂ ਤੋਂ ਸ਼ੁਰੂ ਕਰ ਰਹੇ ਹਾਂ, ਮੋਦੀ ਕਾਲਜ ਤੇ GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਤੋਂ। ਮੈਂ ਉਮੀਦ ਕਰਦਾ ਹੈਗਾ ਕਿ ਇਸ ਦੇ ਵਿੱਚ ਹੋਰ ਵੀ ਸਾਡੇ ਸਹਿਯੋਗੀ ਬਹੁਤ ਸਾਰੇ ਜੁੜਦੇ ਜਾਣਗੇ। ਸੋ ਇੱਕ ਵਾਰ ਫਿਰ ਮੈਂ ਧੰਨਵਾਦ ਵੀ ਕਰਦਾ ਹਾਂ ਜੀ ਆਇਆਂ ਦੇ ਨਾਲ ਕਿ ਜਗਵੰਤ ਜੀ ਨੇ ਇਸ ਬਹੁਤ ਖੂਬਸੂਰਤ ਸ਼ੁਰੂਆਤ ਲਈ ਜਦੋਂ ਇਹਨਾਂ ਨੂੰ ਬੇਨਤੀ ਕੀਤੀ ਤਾਂ ਇਹਨਾਂ ਨੇ ਬੜੀ ਅਕਸਰ ਹੀ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਲਈ ਜਗਵੰਤ ਜੀ ਨੂੰ ਬੇਨਤੀ ਕਰਦੇ ਉਹ ਬੜੇ ਖੜੇ ਮੱਥੇ ਪ੍ਰਵਾਨ ਕਰਦੇ ਆ। ਸੋ ਬਹੁਤ ਬਹੁਤ ਜੀ ਆਇਆਂ ਨੂੰ। ਉਮੀਦ ਹੈ ਅਸੀਂ ਅੱਜ ਦੇ ਇਸ ਪ੍ਰੋਗਰਾਮ ਤੋਂ ਕੋਈ ਸੇਧ ਲਵਾਂਗੇ। ਥੈਂਕ ਯੂ ਵੈਰੀ ਮਚ ਸਰ।
ਜਿਵੇਂ ਕਿ ਤੁਸੀਂ ਡਾਕਟਰ ਜਗਵੰਤ ਜੀ ਬਾਰੇ ਦੱਸਿਆ ਕਿ ਉਹਨਾਂ ਨੇ ਜਿਹੜਾ ਅਣਥਕ ਘੋਲ ਲੜਿਆ ਹਰੇਕ ਵਰਗ ਦੇ ਲਈ, ਚਾਹੇ ਉਹ ਅਧਿਆਪਕਾਂ ਲਈ ਹੈ, ਚਾਹੇ ਉਹ ਬੱਚਿਆਂ ਲਈ ਹੈ, ਤੇ ਆਪਣੇ ਅਸੂਲਾਂ ਤੇ ਹਮੇਸ਼ਾ ਅਟਲ ਰਹੇ ਨੇ। ਸੋ ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਦੋਂ ਅਸੀਂ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਫਾਊਂਡੇਸ਼ਨ ਬਾਰੇ ਗੱਲ ਕਰਦੇ ਹਾਂ ਤੇ ਸਾਨੂੰ ਅਗਵਾਈ ਦੇਣ ਲਈ ਤੁਸੀਂ ਐਜ਼ ਅ ਪ੍ਰੈਜ਼ੀਡੈਂਟ ਬੈਠੇ ਹੋ, ਤਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਜਦੋਂ ਸ਼ਹੀਦ ਭਗਤ ਸਿੰਘ ਜੀ ਦੀਆਂ ਕਿਤਾਬਾਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਵੀ ਕਿੰਨੇ ਡੂੰਘੇ ਚਿੰਤਕ ਤੇ ਕਿੰਨੀਆਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ। ਇਸ ਗੱਲ ਦਾ ਪਤਾ ਇਸ ਗੱਲ ਤੋਂ ਲੱਗਦਾ ਕਿ ਇੱਕ ਮੈਥ ਦਾ ਟੀਚਰ, ਇੱਕ ਐਡਮਿਨਿਸਟ੍ਰੇਟਿਵ ਪਰਸਨ ਜਦੋਂ ਲਿਟਰੇਚਰ ਬਾਰੇ ਲਿਖ ਰਿਹਾ, ਜਦੋਂ ਸਫ਼ਰਨਾਮੇ ਲਿਖ ਰਿਹਾ, ਤਾਂ ਉਹ ਸਫ਼ਰਨਾਮੇ ਲਿਖਣ ਲਈ ਕਿੰਨੀਆਂ ਕਿਤਾਬਾਂ ਦੀ ਪੜਚੋਲ ਕਰਨੀ ਪਈ ਹੋਏਗੀ ਤੇ ਕਿੰਨਾ ਗਹਿਰਾ ਚਿੰਤਨ ਕਰਨਾ ਪਿਆ ਹੋਏਗਾ, ਉਹ ਤੁਹਾਡੀਆਂ ਲਿਖਤਾਂ 'ਚ ਬੜਾ ਬਾਖੂਬੀ ਝਲਕਦਾ ਰਹਿੰਦਾ। ਧੰਨਵਾਦ ਸਰ ਜੁਆਇਨ ਕਰਨ ਲਈ ਤੇ ਸਾਨੂੰ ਅਗਵਾਈ ਦੇਣ ਲਈ। Now I request Dr. Jagwant ji for sharing valuable views on this special day in our Punjab history or in Indian history, ਕਿ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਤੇ ਸੁਖਦੇਵ ਜੀ, ਤੇ ਇਹਨਾਂ ਦੇ ਵਿੱਚੋਂ ਬਿਨਾਂ ਸ਼ੱਕ ਸ਼ਹੀਦ ਭਗਤ ਸਿੰਘ ਜੀ ਦਾ ਨਾਮ ਸਾਡੀ ਯੂਥ ਦੇ ਮੂੰਹ ਦੇ ਉੱਤੇ ਜ਼ਿਆਦਾ ਚੜਿਆ ਹੋਇਆ, ਲੇਕਿਨ ਅਸੀਂ ਦੂਸਰੇ ਜੋ ਸ਼ਹੀਦ ਨੇ ਉਹਨਾਂ ਨੂੰ ਵੀ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਤਿੰਨਾਂ ਦੇ ਕੁਛ ਨਾ ਕੁਛ ਸਿੱਖਿਆਵਾਂ ਲੈ ਕੇ ਅਸੀਂ ਵੀ ਆਪਣੇ ਬੱਚਿਆਂ ਤੱਕ, ਆਪਣੇ ਸਮਾਜ ਤੱਕ ਲੈ ਕੇ ਜਾ ਸਕੀਏ। Now I request Dr. Jagwant ji for deliberation, please. ਥੈਂਕ ਯੂ ਡਾਕਟਰ ਤਰਗਟ ਤੇ ਡਾਕਟਰ ਖੁਸ਼ਵਿੰਦਰ। ਜਿਨ੍ਹਾਂ ਸਾਥੀਆਂ ਦੇ ਨਾਲ ਕੰਮ ਕੀਤਾ ਹੋਏ ਉਹ ਕਿਸੇ ਮੌਕੇ ਕਿਸੇ ਵਿਚਾਰ ਦੇ ਸਾਂਝੇ ਕਰਨ ਦੀ ਗੱਲ ਕਰਨ ਤਾਂ ਉਹਨਾਂ ਨੂੰ ਮਨਾ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਤੁਹਾਡੇ ਦੋਨਾਂ ਨਾਲ ਅਲੱਗ-ਅਲੱਗ ਟਾਈਮ ਤੇ ਅਧਿਆਪਕ ਲਹਿਰ 'ਚ ਕੰਮ ਕੀਤਾ। ਇਹ ਹੈ ਕਿ ਹੁਣ ਤੁਸੀਂ ਦੋਨੇ ਪ੍ਰਿੰਸੀਪਲ ਬਣ ਗਏ ਹੋ ਤੇ ਮੈਂ ਹਜੇ ਵੀ ਰਿਟਾਇਰ ਹੋਣ ਤੋਂ ਬਾਅਦ ਵੀ ਅਧਿਆਪਕ ਲਹਿਰ ਦਾ ਹੀ ਕੰਮ ਕਰ ਰਿਹਾ। ਜੋ ਮੈਂ ਗੱਲ ਕਹਿਣੀ ਚਾਹਾਂਗਾ, ਤੁਹਾਡੇ ਦੋਨਾਂ ਦੀ ਗੱਲ ਸੁਣਦੇ ਸੁਣਦੇ ਮੈਂ ਜੋ ਕਹਿਣਾ ਚਾਹ ਰਿਹਾ ਸੀ ਉਹਦੇ ਵਿੱਚ ਮੈਂ ਕੁਛ ਆਪਣਾ ਬਦਲਾਅ ਕੀਤਾ। ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ 23 ਮਾਰਚ ਨੂੰ, ਅੱਜ 90 ਸਾਲ ਹੋ ਗਏ, ਅਸੀਂ ਇਹ ਤਿੰਨ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਵਸ ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਤਾਂ ਮੇਰੇ ਦਿਮਾਗ 'ਚ ਜਦੋਂ ਵੀ ਮੈਂ ਸ਼ਹੀਦ ਭਗਤ ਸਿੰਘ ਔਰ ਰਾਜਗੁਰੂ ਸੁਖਦੇਵ ਬਾਰੇ ਸੋਚਦਾ, ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ। ਕਈ ਵਾਰ ਜੋ ਮੈਂ ਪਾਸਟ ਵਿੱਚ ਇਹਨਾਂ ਬਾਰੇ ਪੜ੍ਹਿਆ ਹੁੰਦਾ ਭੁੱਲ ਵੀ ਜਾਂਦਾ, ਮੁੜ ਕੇ ਫਿਰ ਯਾਦ ਆ ਜਾਂਦਾ। ਇਸ ਤਰੀਕੇ ਦਾ ਮੇਰੇ ਇਹਨਾਂ ਨਾਲ ਚੱਲਦਾ ਰਹਿੰਦਾ ਹੈ। ਮੈਂ ਇੱਕ ਪਹਿਲੀ ਗੱਲ ਜਿਹੜੀ ਕਹਿਣਾ ਚਾਹਾਂਗਾ, ਬੜੀ ਦੇਰ ਤੋਂ ਮੇਰੇ ਦਿਮਾਗ ਦੇ ਵਿੱਚ ਗੱਲ ਬੈਠੀ ਹੋਈ ਹੈ ਕਿ ਅਸੀਂ ਕਿਤਾਬਾਂ ਦੇ ਵਿੱਚ ਸਾਰੀਆਂ ਕਹਿੰਦੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਤੇ ਫਿਰ ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਇੱਕ ਦਿਨ ਪਹਿਲਾਂ ਉਹਨੂੰ ਫਾਂਸੀ ਦੇ ਦਿੱਤੀ। ਮੇਰੇ ਮਨ 'ਚ ਬਾਰ-ਬਾਰ ਇੱਕੋ ਗੱਲ ਆਉਂਦੀ ਹੈ ਕਿ ਜੇ ਫਾਂਸੀ 11 ਘੰਟੇ ਪਹਿਲਾਂ ਦਿੱਤੀ ਗਈ ਤਾਂ ਤੈਅਸ਼ੁਦਾ ਟਾਈਮ ਕੋਰਟ ਦਾ, ਉਸ ਮੌਕੇ ਦੀ ਕੋਰਟ ਦਾ, ਜਿਸ ਵਿੱਚ ਕਿਸੇ ਵੀ ਤਰੀਕੇ ਨਾਲ ਬਿਲਕੁਲ ਭਰੋਸਾ ਰੱਖਿਆ ਨਹੀਂ ਜਾ ਸਕਦਾ, ਉਸ ਤੋਂ ਬਾਵਜੂਦ ਉਹਨਾਂ ਦੇ ਆਪਣੇ ਤੈਅ ਸਮੇਂ ਤੋਂ 11 ਘੰਟੇ ਪਹਿਲਾਂ ਜੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤਾਂ ਕੀ ਅਸੀਂ ਇਸ ਨੂੰ ਸਜ਼ਾ ਕਹੀਏ ਜਾਂ ਇਸ ਨੂੰ ਕਤਲ ਕਹੀਏ? ਜਦੋਂ ਮੈਂ ਇਸ ਨੂੰ ਕਤਲ ਦੇ ਤੌਰ ਤੇ ਦੇਖਦਾ ਤਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਉੱਭਰ ਕੇ ਆਈਆਂ। ਅਸਲ 'ਚ ਭਗਤ ਸਿੰਘ ਤੇ ਬਹੁਤ ਸਾਰੇ ਰਿਸਰਚਰ ਰਿਸਰਚ ਕਰਦੇ ਰਹੇ ਨੇ ਔਰ ਹੋਰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਬਾਰੇ ਖੁੱਲ੍ਹ ਕੇ ਚੀਜ਼ ਸਾਹਮਣੇ ਆਉਂਦੀ। ਮੈਂ ਇਹ ਗੱਲ ਕਹਾਂਗਾ ਕਿ ਜੋ ਸ਼ਹੀਦ ਭਗਤ ਦਾ ਰੁਤਬਾ ਜਾਂ ਜਿੰਨਾ ਉਹਦੇ ਨਾਲ ਕਹਿ ਲਓ ਕਿ ਨਿੱਘ ਤੇ ਪਿਆਰ ਪੂਰੇ ਹਿੰਦੁਸਤਾਨ 'ਚ, ਖਾਸ ਕਰਕੇ ਨਾਰਥ ਇੰਡੀਆ 'ਚ ਹੈ, ਤਾਂ ਉਸ ਮੌਕੇ ਅਸੀਂ ਇਸ ਗੱਲ ਨੂੰ, ਜਿੱਦਾਂ ਪ੍ਰੋਫੈਸਰ ਖੁਸ਼ਵਿੰਦਰ ਕਹਿ ਰਹੇ ਸੀ ਕਿ ਜਿਹੜੇ ਹੋਰ ਸਟਰਗਲ, ਇਸ ਫਰੀडम ਸਟਰਗਲ ਦੇ ਹੀਰੋ ਨੇ, ਕਰਤਾਰ ਸਿੰਘ ਸਰਾਭਾ ਹੋ ਗਏ, ਊਧਮ ਸਿੰਘ ਹੋ ਗਏ, ਉਹਨਾਂ ਦੇ ਬਾਰੇ ਬਾਕੀ ਦੇ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਪਤਾ ਨਹੀਂ ਹੈ। ਜੇ ਹਿਮਾਚਲ ਪ੍ਰਦੇਸ਼ ਪੰਜਾਬ ਦਾ ਪਾਰਟ ਹੁੰਦਾ ਤਾਂ ਹੋ ਸਕਦਾ ਉਹਨਾਂ ਨੂੰ ਵੀ ਕਰਤਾਰ ਸਿੰਘ ਸਰਾਭਾ ਬਾਰੇ ਪਤਾ ਹੁੰਦਾ, ਪਰ ਕਿਉਂਕਿ ਉਹ ਸੂਬਾ ਅਲੱਗ ਬਣ ਗਿਆ, ਇੱਕ ਜਿਹੜੀ ਹੈ ਕਿਸੇ ਦੂਸਰੀ ਤਰਫ ਚਲੀ ਗਈ। ਤੇ ਜੇ ਮੈਂ ਇਸ ਨੂੰ ਦੇਖਾਂ ਤੇ ਪਾਕਿਸਤਾਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਯਾਦ ਔਰ ਉਹਨਾਂ ਦੇ ਦਿਹਾੜੇ ਮਨਾਉਣ ਬਾਰੇ, ਉਹਨਾਂ ਦੇ ਨਾਂ ਤੇ ਪਾਰਕ ਦਾ ਰੱਖਣ ਦੇ ਬਾਰੇ
ਉੱਥੇ ਲੋਕ ਜਿਸ ਤਰੀਕੇ ਦਾ ਸੰਘਰਸ਼ ਕਰਦੇ ਆ, ਤਾਂ ਮੇਰੇ ਮਨ ਚ ਆਉਂਦਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਨੇ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਸਾਡੇ ਇਹਦੇ ਹੀਰੋ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਸ਼ਾਇਦ ਉਹ ਵੀ ਉਹੀ ਜਾਣਦੇ ਨੇ ਜਿਹੜੇ ਜਾਂ ਰਿਸਰਚ ਕਰਦੇ ਆ ਜਾਂ ਜਿਨ੍ਹਾਂ ਨੇ ਉਸ ਵਕਤ ਦੇ ਨਾਲ ਕੁਝ ਜ਼ਿਆਦਾ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ 'ਚ ਕਿਸ ਤਰੀਕੇ ਦਾ ਸੰਘਰਸ਼ ਹੋਇਆ। ਉਸ ਦਾ ਵੀ ਮੈਨੂੰ ਬਹੁਤ ਅਫਸੋਸ ਹੁੰਦਾ। ਔਰ ਫਿਰ ਮੈਨੂੰ ਇਹ ਵੀ ਲੱਗਦਾ ਕਿ ਅਸੀਂ ਤਾਂ ਮੈਂ ਬਹੁਤ ਬਰੀਫ ਦੇ ਵਿੱਚ ਇਹ ਗੱਲ ਕਰਾਂਗਾ ਕਿ ਬਾਕੀ ਹਿੰਦੁਸਤਾਨ ਦੇ ਵਿੱਚ ਜਿਹੜੇ ਆਜ਼ਾਦੀ ਦੇ ਘੁਲਾਟੀ ਰਹੇ, ਜਿਹੜੇ ਹੀਰੋ ਰਹੇ, ਸਾਨੂੰ ਵੀ ਉਸੇ ਤਰੀਕੇ ਨਾਲ ਉਹਨਾਂ ਬਾਰੇ ਘੱਟ ਪਤਾ। ਔਰ ਜੋ ਤੁਸੀਂ ਕੋਸ਼ਿਸ਼ ਸ਼ੁਰੂ ਕੀਤੀ ਹੈ, ਮੇਰਾ ਤੁਹਾਨੂੰ ਇੱਥੇ ਸ਼ੁਰੂ 'ਚ ਹੀ ਸੁਝਾਅ ਆਇਆ ਕਿ ਇਹ ਜਦੋਂ ਆਪਾਂ ਇਹਨਾਂ ਦਿਨ ਮਨਾਉਣੇ ਆ ਜਾਂ ਇਹਨਾਂ ਦਿਨਾਂ ਦੇ ਉੱਤੇ ਆਪਾਂ ਕੋਈ ਡਿਸਕਸ਼ਨ ਕਰਨੀ ਹੈ ਤੇ ਕੁੱਲ ਹਿੰਦ ਦੇ ਜਿਹੜੇ ਹੀਰੋ ਨੇ ਉਹਨਾਂ ਦੀ ਜੀਵਨੀ ਬਾਰੇ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਹੈ। ਇਹ ਮੁੜ ਕਦੀ ਨਾ ਹੋਵੇ ਵੀ ਹਿਮਾਚਲ ਪ੍ਰਦੇਸ਼ ਤੋਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਕਰਤਾਰ ਸਿੰਘ ਸਰਾਭਾ ਦਾ ਨਾਂ ਨਹੀਂ ਪਤਾ, ਉਸੇ ਤਰੀਕੇ ਨਾਲ ਕੋਈ ਦੂਸਰੇ ਪਾਸੋਂ ਸਾਡੇ ਤੇ ਇਹ ਕਹੇ ਕਿ ਤੁਹਾਨੂੰ ਨਹੀਂ ਪਤਾ। ਇਹਨੂੰ ਆਪਾਂ ਨੂੰ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਮੁੜ ਉਸ ਗੱਲ ਤੇ ਆ ਰਿਹਾ ਕਿ ਇਸ ਨੂੰ ਮੈਂ ਕਤਲ ਇਸ ਕਰਕੇ ਵੀ ਕਰਨਾ ਕਿ ਜਦੋਂ ਜ਼ਿਆਦਾ ਡਿਟੇਲ 'ਚ ਜਾਂਦੇ ਆ, ਹੁਣ ਇਹ ਕਿਤਾਬ ਆਈ ਹੈ ਸਤਵਿੰਦਰ ਸਿੰਘ ਜੱਸ ਜਿਹੜੇ ਕਿੰਗਸ ਕਾਲਜ ਲੰਡਨ ਦੇ ਵਿੱਚ ਆਪਣੇ ਲਾਅ ਦੇ ਪ੍ਰੋਫੈਸਰ ਨੇ ਔਰ ਬਾਰਟ ਲਾ ਆ, ਉਹਨਾਂ ਨੇ ਉਹਨਾਂ ਤੇ ਇੱਕ ਰਿਸਰਚ ਕਰਕੇ ਕਿਤਾਬ ਲਿਖੀ ਹੈ ਜਿਸ ਵਿੱਚ ਉਹਨਾਂ ਦੀ ਜਿਹੜੇ ਕੁਝ ਗੱਲਾਂ ਹੋਰ ਉੱਭਰ ਕੇ ਆਈਆਂ ਕਿ ਜਿਹੜੀ ਇਹ ਸਾਰਾ ਇੱਕ ਤਾਣਾ ਬਾਣਾ ਬੁਣਿਆ ਗਿਆ ਇਹਨਾਂ ਨੂੰ ਸਜ਼ਾ ਦੇਣ ਦਾ, ਤਾਂ ਇਹ ਗੱਲ ਸਾਫ਼ ਤੈਅ ਨਜ਼ਰ ਆਉਂਦੀ ਹੈ ਕਿ ਬ੍ਰਿਟਿਸ਼ ਰਾਜ ਨੇ ਫੈਸਲਾ ਕਰ ਲਿਆ ਸੀ ਕਿ ਇਹ ਬੰਦੇ ਸਾਨੂੰ ਕਿਸੇ ਵੀ ਹਾਲਤ ਵਿੱਚ ਜਿੰਦਾ ਨਹੀਂ ਚਾਹੀਦੇ। ਇੱਦਾਂ ਦੇ ਫੈਸਲੇ ਸਰਕਾਰਾਂ ਕਰਦੀਆਂ, ਖਾਸ ਕਰਕੇ ਜਿਵੇਂ ਦੂਸਰਿਆਂ ਤੇ ਰਾਜ ਕਰਦੀਆਂ, ਉਹਨਾਂ ਵਿੱਚ ਇਸ ਤਰੀਕੇ ਦੀ ਮਾਨਸਿਕਤਾ ਜਿਹੜੀ ਹੈ ਉਹ ਆਪਣੇ ਦੇਖਣ 'ਚ ਮਿਲਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਹਰੇਕ ਅੰਗਰੇਜ਼ ਆ ਉਹ ਇਹਨਾਂ ਗੱਲਾਂ ਨਾਲ ਸਹਿਮਤ ਸੀ ਜਾਂ ਇਹਨਾਂ ਗੱਲਾਂ ਦਾ ਸਮਰਥਕ ਸੀ, ਉਹ ਵੀ ਗੱਲ ਨਹੀਂ ਹੈ। ਤੇ ਜੋ ਉਹਨਾਂ ਦੇ ਉਸ ਮੌਕੇ ਦੀ ਪ੍ਰਕਿਰਿਆ ਦੇ ਵਿੱਚ ਆਪਾਂ ਨਜ਼ਰ ਆਉਂਦਾ ਕਿ ਜੋ ਮੈਂ ਦੋ ਤਿੰਨ ਛੋਟੀਆਂ ਗੱਲਾਂ ਕਰੂੰਗਾ ਕਿ ਆਪਾਂ ਉਸ ਮੌਕੇ ਇਸ ਗੱਲ ਨੂੰ ਵੀ ਭੁੱਲ ਜਾਂਦੇ ਹਾਂ ਕਿ ਜਦੋਂ ਇਹਨਾਂ ਦਾ ਕੇਸ ਚੱਲ ਰਿਹਾ ਸੀ ਤਾਂ ਬਹੁਤ ਸਾਰੇ ਵਕੀਲਾਂ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਉਹ ਇਸ ਬਹਿਸ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਬਚਾ ਸਕਣ, ਜਦਕਿ ਦੂਸਰੀ ਤਰਫ ਆਪਾਂ ਨੂੰ ਭਗਤ ਸਿੰਘ ਦੀ ਰਾਇਟੀ ਤੋਂ ਬਹੁਤ ਜਗ੍ਹਾ ਤੋਂ ਪਤਾ ਲੱਗਦਾ ਕਿ ਭਗਤ ਸਿੰਘ ਨੂੰ ਇਸ ਗੱਲ ਦੀ ਕੋਈ ਚਾਹ ਨਹੀਂ ਸੀ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਨਾ ਹੋਏ। ਉਲਟਾ ਉਹਨਾਂ ਦੀ ਸੋਚ ਇਹ ਸੀ ਕਿ ਮੇਰੀ ਜੇ ਸ਼ਹਾਦਤ ਹੋਏਗੀ ਤੇ ਹਿੰਦੁਸਤਾਨ ਦੀ ਆਜ਼ਾਦੀ ਨੂੰ ਇੱਕ ਬਹੁਤ ਵੱਡੀ ਬੂਸਟ ਮਿਲੂਗੀ, ਤੇ ਉਹਨਾਂ ਦੀ ਆਪਣੀ ਇਹ ਚੋਇਸ ਬਣ ਰਹੀ ਸੀ ਕਿ ਮੈਨੂੰ ਇਸ ਮੌਕੇ ਮੇਰੀ ਸ਼ਹਾਦਤ ਹੀ ਇਸ ਮੁਲਕ ਲਈ ਠੀਕ ਹੈ। ਇਹ ਕਿਸੇ ਇਨਸਾਨ ਦਾ ਇਸ ਤਰੀਕੇ ਨਾਲ ਸੋਚਣਾ, ਆਪਣੇ ਆਪ ਸੋਚ ਕੇ ਦੇਖੋ ਕਿ ਇੱਕ ਛੋਟੀ ਉਮਰ ਦੇ ਨੌਜਵਾਨ ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਇਸ ਤਰੀਕੇ ਦੀ ਸੋਚ ਔਰ ਇੰਨਾ ਪੜ੍ਹੇ ਲਿਖੇ ਔਰ ਇੰਨੀ ਜੋ ਯਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਪਾਂ ਉਮਰ ਲੋਕੀ ਉਨੇ ਨੇ ਪੜ੍ਹ ਪਾਉਂਦੇ, 19-23 ਸਾਲ ਦੀ ਉਮਰ ਤੋਂ ਉਹਨਾਂ ਟਾਈਮ ਦੇ ਵਿੱਚ ਜਦੋਂ ਐਜੂਕੇਸ਼ਨ ਬਹੁਤ ਜ਼ਿਆਦਾ ਨਹੀਂ ਸੀ, ਜਦੋਂ ਲਾਇਬ੍ਰੇਰੀ ਬਹੁਤ ਜ਼ਿਆਦਾ ਨਹੀਂ ਸੀ, ਉਹ ਸਭ ਕੁਝ ਪੜ੍ਹਿਆ ਹੋਇਆ ਸੀ। ਔਰ ਅਖੀਰਲੇ ਮਿੰਟ ਵੀ ਜਦੋਂ ਉਹਨਾਂ ਨੂੰ ਫਾਂਸੀ ਲਈ ਲਿਜਾਇਆ ਸੀ ਉਸ ਮੌਕੇ ਉਹ ਕਿਤਾਬ ਪੜ੍ਹ ਰਹੇ ਸੀ। ਇਸ ਤੋਂ ਸਮਝ ਆਉਂਦੀ ਹੈ ਕਿ ਜਿੰਨੀ ਤੁਸੀਂ ਜ਼ਿਆਦਾ ਪੜ੍ਹਦੇ ਹੋ ਔਰ ਜਿੰਨੇ ਖੁੱਲੇ ਮਨ ਨਾਲ ਪੜ੍ਹਦੇ ਹੋ, ਉਹਦੇ ਨਾਲ ਹੀ ਤੁਹਾਡੀ ਜਿਹੜੀ ਸੋਚ ਹੈ ਉਹ ਜ਼ਿਆਦਾ ਨਿਖਰ ਕੇ ਬਾਹਰ ਆਉਂਦੀ ਹੈ। ਤੇ ਉਹਨਾਂ ਦੇ ਇੱਕ ਅਮੋਲਕ ਰਾਮ ਕਪੂਰ, ਉਹਨਾਂ ਨੇ ਇੱਕ ਵਕੀਲ ਨੇ, ਉਹਨਾਂ ਦੇ ਲਈ ਬਹੁਤ ਕੋਸ਼ਿਸ਼ ਕੀਤੀ ਵਕੀਲਾਂ ਦੇ ਨਾਲ ਮਿਲ ਕੇ ਕਿ ਫਾਂਸੀ ਦੀ ਸਜ਼ਾ ਨਾ ਹੋਏ, ਪਰ ਉਸ ਮੌਕੇ ਦੀ ਜੋ ਪ੍ਰੋਸੀਡਿੰਗ ਉਹ ਦੱਸਦੀਆਂ ਕਿ ਸਰਕਾਰ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਕਿ ਇਹਨਾਂ ਨੂੰ ਅਸੀਂ ਫਾਂਸੀ ਦੇਣੀ ਹੀ ਦੇਣੀ ਹੈ। ਉਹਦਾ ਇੱਕ ਵੱਡਾ ਸਬੂਤ ਇਸ ਗੱਲ 'ਚ ਮਿਲਦਾ ਹੈ ਕਿ 200 ਦੇ ਕਰੀਬ ਗਵਾਹ ਜਦ ਮੈਜਿਸਟ੍ਰੇਟ ਕੋਲ ਪੇਸ਼ ਹੋ ਚੁੱਕੇ ਸੀ, ਟਰਾਇਲ ਚੱਲ ਰਿਹਾ ਸੀ। ਉਸ ਤੋਂ ਬਾਅਦ ਇੱਕ ਲਾਹੌਰ ਦੇ ਇਸ ਕਨਸਪੀਰੇਸੀ ਕੇਸ ਵਿੱਚ ਖਾਸ ਟ੍ਰਿਬਿਊਨਲ ਬਣਾਇਆ ਜਾਂਦਾ ਕਿ ਟ੍ਰਿਬਿਊਨਲ ਦੇ ਰਾਹੀਂ ਅਸੀਂ ਫਾਸਟ ਟਰੈਕ ਦੇ ਉੱਤੇ ਫੈਸਲਾ ਕਰਨਾ, ਤੇ ਉਹਦੀ ਲੋੜ ਕਿਉਂ ਪਈ? ਜਦੋਂ 200 ਗਵਾਹ ਇੱਕ ਜਗ੍ਹਾ ਗਵਾਹੀ ਦੇ ਚੁੱਕਿਆ, ਉਹਦਾ ਟਰਾਇਲ ਕਿਸੇ ਦੂਸਰੀ ਜਗ੍ਹਾ ਸ਼ਿਫਟ ਕਰਨਾ ਨਹੀਂ ਸੀ ਬਣਦਾ। ਇੱਕ ਇਹ ਬ੍ਰਿਟਿਸ਼ ਜਿਹੜੀ ਰਾਜ ਦੀ ਆਪਣੀ ਲੀਗਲ ਸਿਸਟਮ ਆ ਉਹਦੇ ਵਿੱਚ ਵੀ ਇਹਦਾ ਮੇਲ ਨਹੀਂ ਸੀ ਖਾਂਦਾ, ਔਰ ਜਿੰਨੇ ਪੂਰੇ ਗਵਾਹ ਬਣਦੇ ਸੀ ਉਹਨਾਂ ਨੂੰ ਗਵਾਹੀ ਭੁਗਤਾਏ ਬਗੈਰ ਫੈਸਲਾ ਕਰਨ ਦੀ ਦਾ ਜਿਹੜਾ ਇੱਕ ਸੋਚ ਉਹ ਬੜੀ ਉੱਭਰ ਕੇ ਆਉਂਦੀ ਹੈ। ਔਰ ਉਸ ਟ੍ਰਿਬਿਊਨਲ ਦੀ ਨੋਟੀਫਿਕੇਸ਼ਨ ਦੇ ਵਿੱਚ 15 ਦਿਨ ਦੇ ਅੰਦਰ ਹੀ, ਜਿਨ੍ਹਾਂ 'ਚ ਇੱਕੋ ਆਪਣੇ ਆਗਾ ਜੀ ਸੀਗੇ, ਉਹ ਜੱਜ ਸੀ ਜਿਹੜੇ ਇੰਡੀਅਨ ਸੀ ਔਰ ਜਿਹੜੇ ਭਗਤ ਸਿੰਘ ਉਹਨਾਂ ਦੀ ਫੇਵਰ 'ਚ ਸੀਗੇ, ਔਰ ਇੱਕ ਦੂਸਰੇ ਸ਼ਖਸ ਜਿਹੜੇ ਬ੍ਰਿਟਿਸ਼ ਸੀਗੇ ਉਹ ਵੀ ਸ਼ਾਇਦ ਇਸ ਗੱਲ ਨਾਲ ਸਹਿਮਤ ਨਹੀਂ ਸੀ, ਉਹਨਾਂ ਨੂੰ ਮੈਡੀਕਲ ਲੀਵ ਤੇ ਦੇ ਕੇ ਉਹਨਾਂ ਨੂੰ ਇਸ ਗੱਲ ਤੋਂ ਬਾਹਰ ਕੀਤਾ ਗਿਆ ਕਿ ਉਹ ਟ੍ਰਿਬਿਊਨਲ ਦੀ ਸੁਣਵਾਈ 'ਚ ਪੇਸ਼ ਨਹੀਂ ਹੋਣਗੇ। ਤੁਸੀਂ ਇਸ ਗੱਲ ਤੋਂ ਸਮਝੋ ਕਿ 3 ਮੈਂਬਰ ਟ੍ਰਿਬਿਊਨਲ 'ਚੋਂ 2 ਮੈਂਬਰ ਨੂੰ ਬਾਹਰ ਕਰ ਦਿੱਤਾ ਗਿਆ ਤੇ 1 ਮੈਂਬਰ ਨੇ ਫੈਸਲਾ ਸੁਣਾਇਆ, ਔਰ ਉਸ ਤੋਂ ਬਾਅਦ ਇਸ ਪ੍ਰੀਵੀ ਕਾਉਂਸਲ ਦੇ ਵਿੱਚ ਇਹਦੀ ਅਪੀਲ ਨੂੰ ਸੁਣਿਆ ਨਹੀਂ ਗਿਆ
ਇਸ ਦੇ ਬਾਵਜੂਦ ਕਿ ਉੱਥੇ ਇੱਕ ਅੰਗਰੇਜ਼ ਡੀਐਨ ਪ੍ਰਿਟ ਨੇ ਬਹੁਤ ਕੋਸ਼ਿਸ਼ ਕੀਤੀ ਔਰ ਬਾਅਦ ਵਿੱਚ ਵੀ ਅੰਗਰੇਜ਼ਾਂ ਦੇ ਹਿੰਦੁਸਤਾਨ ਦੀ ਤੇ ਜਿਸ ਤਰੀਕੇ ਨਾਲ ਰਾਜ ਕੀਤਾ ਉਹਦੇ ਨਾਲ ਰਿਲੇਟਡ ਜੋ ਮੁਕੱਦਮੇ ਨੇ ਉਹ ਅੰਗਰੇਜ਼ਾਂ ਦੇ ਖਿਲਾਫ ਭੁਗਤਦੇ ਰਹੇ। ਉਹ ਇਸ ਗੱਲ ਨਾਲ ਸਹਿਮਤ ਸੀ ਕਿ ਹਿੰਦੁਸਤਾਨ ਨੂੰ ਆਜ਼ਾਦੀ ਦੇਣ ਦੀ ਜ਼ਰੂਰਤ ਹੈ। ਇਹ ਸਭ ਜਿਸ ਤਰੀਕੇ ਨਾਲ ਤੇਜ਼ੀ ਨਾਲ ਕੀਤਾ ਗਿਆ ਉਹ ਇਸ ਗੱਲ ਦਾ ਸਾਖੀ ਹੈ ਕਿ ਵੀ ਇਹ ਬੇਸਿਕਲੀ ਸਰਕਾਰ ਦਾ ਪਹਿਲਾਂ ਤੋਂ ਤਾਂ ਇੱਕ ਕਤਲ ਕੀਤਾ ਗਿਆ, ਨਾ ਕਿ ਕੋਈ ਕਾਨੂੰਨੀ ਪ੍ਰਕਿਰਿਆ ਕਰਕੇ ਕਿਸੇ ਵੀ ਕੇਸ ਦੇ ਕੋਈ ਨਿਆਂ ਦੇਣ ਦੀ ਕੋਸ਼ਿਸ਼ ਕੀਤੀ। ਪਰ ਨਿਆਂ ਤਾਂ ਹਿੰਦੁਸਤਾਨ 'ਚ ਅੱਜ ਵੀ ਨਹੀਂ ਮਿਲਦਾ। ਜੇ ਅਸੀਂ ਅੱਜ ਦੇ ਹਿੰਦੁਸਤਾਨ ਨੂੰ ਭਗਤ ਸਿੰਘ ਦੇ ਸੁਪਨਿਆਂ 'ਤੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਇਹ ਲੱਗੇਗਾ ਕਿ 1 ਇੰਚ ਵੀ ਅਸੀਂ ਅੱਗੇ ਨਹੀਂ ਤੁਰੇ। ਖਾਸ ਕਰਕੇ ਜੋ ਮੌਜੂਦਾ ਦੌਰ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉੱਭਰ ਕੇ ਆਉਂਦੀਆਂ ਕਿ ਜੇ ਇਨਸਾਨੀ ਹਕੂਕ ਦੀ ਗੱਲ ਕਿ ਇਨਸਾਨ ਆਪਣੀ ਮਿਹਨਤ ਦੀ ਉਹਨਾਂ ਨੂੰ ਰੋਟੀ ਮਿਲ ਸਕੇ, ਉਹਨਾਂ ਮਿਹਨਤ ਦੀ ਸਹੀ ਤਰੀਕੇ ਦੀ ਇੱਕ ਐਗੈਲੀਟੇਰੀਅਨ ਸੁਸਾਇਟੀ ਦੇ ਤੌਰ ਤੇ ਉਹਨੂੰ ਆਪਣਾ ਹੱਕ ਮਿਲ ਸਕੇ ਤਾਂ ਉਹ ਆਪਾਂ ਨੂੰ ਨਜ਼ਰ ਆਉਂਦਾ ਅੱਜ ਦੇ ਕਾਲ ਤੋਂ ਬਹੁਤ ਉੱਭਰ ਕੇ ਨਜ਼ਰ ਆਉਂਦਾ ਕਿ ਉਸ ਮੌਕੇ ਦੀ ਪੁਲਿਸ ਤੇ ਅੱਜ ਦੀ ਪੁਲਿਸ ਵਿੱਚ ਕੋਈ ਬਹੁਤ ਫਰਕ ਨਹੀਂ ਹੈ। ਸ਼ਾਇਦ ਫਰਕ ਹੈ ਹੀ ਨਹੀਂ, ਬਹੁਤ ਫਰਕ ਦੀ ਗੱਲ ਛੱਡੋ, ਕੋਈ ਫਰਕ ਹੈ ਹੀ ਨਹੀਂ। ਅੱਜ ਵੀ ਹਥਕੰਡੇ ਉਸੇ ਤਰੀਕੇ ਦੇ ਇਸਤੇਮਾਲ ਹੁੰਦੇ ਆ, ਚਾਹੇ ਉਹ ਨੋਦੀਪ ਦਾ ਕੇਸ ਹੋਵੇ, ਚਾਹੇ ਉਹ ਵਰਾਵਰ ਰਾਓ ਦਾ ਹੋਵੇ ਜਾਂ ਹੋਰ ਜਿਹੜੇ ਹਿਊਮਨ ਐਕਟਿਵਿਸਟ ਆ ਉਹਨਾਂ ਦਾ ਹੋਵੇ। ਉਹਨਾਂ ਨੂੰ ਕਿਸੇ ਨੂੰ ਵੀ ਸਹੀ ਤਰੀਕੇ ਨਾਲ ਨਿਆਂ ਨਹੀਂ ਮਿਲ ਰਿਹਾ। ਮੈਂ ਉਸ ਦਿਨ ਬਹੁਤ ਦੁਖੀ ਹੋਇਆ ਸੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਵਰਾਵਰ ਰਾਓ, ਸਟੈਨ ਸਵਾਮੀ, ਉਹਨਾਂ ਤੋਂ ਕੁਝ ਕਿਸੇ ਇੱਕ ਬੰਦੇ ਨੂੰ ਚਸ਼ਮੇ ਦੀ ਲੋੜ ਹੈ, ਚਸ਼ਮਾ ਟੁੱਟ ਗਿਆ, ਚਸ਼ਮਾ ਸਾਡੀ ਸਰਕਾਰ ਨਹੀਂ ਦਿੰਦੀ ਕਿਉਂਕਿ ਉਹਨਾਂ ਚਸ਼ਮੇ ਤੋਂ ਬਗੈਰ ਨਜ਼ਰ ਨਹੀਂ ਆਉਂਦਾ। ਪਰ ਫਿਰ ਵੀ ਸਾਡਾ ਹਿੰਦੁਸਤਾਨ ਜਿਹੜਾ ਅੱਜ ਦੇ ਜਿਸ ਨੂੰ ਅਸੀਂ ਅੱਜ ਆਪਣੇ ਰਿਪਬਲਿਕ ਕਹਿੰਦੇ ਹਾਂ ਉਹਦੇ ਵਿੱਚ ਉਸ ਸ਼ਖਸ ਨੂੰ ਜੇਲ੍ਹ ਦੇ ਵਿੱਚ ਬਜ਼ੁਰਗ ਨੂੰ ਚਸ਼ਮਾ ਨਹੀਂ ਦਿੱਤਾ ਜਾਂਦਾ, ਜਦਕਿ ਉਹ ਕਹਿ ਰਿਹਾ ਕਿ ਮੈਨੂੰ ਮੇਰਾ ਨੰਬਰ ਬਹੁਤ ਵੱਡਾ ਹੋਣ ਕਰਕੇ ਮੈਨੂੰ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਕਿਸੇ ਉਸ ਇਨਸਾਨ ਨੂੰ ਸਿਪਰ ਨਹੀਂ ਦਿੱਤਾ ਜਾਂਦਾ ਕਿ ਮੈਨੂੰ ਪਾਣੀ ਪੀਣ ਲਈ ਮੇਰੇ ਕਿਉਂਕਿ ਅਲਜ਼ਾਈਮਰ ਦੇ ਕਰਕੇ ਮੇਰੇ ਹੱਥ ਬਹੁਤ ਕੰਬਦੇ ਆ, ਮੈਂ ਗਲਾਸ ਪਕੜ ਕੇ ਪਾਣੀ ਨਹੀਂ ਪੀ ਸਕਦਾ। ਉਹਨੂੰ ਇਹ ਕਹਿ ਕੇ ਨਹੀਂ ਦਿੱਤਾ ਜਾਂਦਾ ਕਿ ਤੁਹਾਡੇ ਜਾਮਾ ਤਲਾਸ਼ੀ ਦੇ ਵਿੱਚ ਕੋਈ ਸਿਪਰ ਨਹੀਂ ਸੀ ਮਿਲਿਆ। ਔਰ ਇਸ ਤਰੀਕੇ ਦੀ ਜੋ ਅਸੀਂ ਸਿਚੁਏਸ਼ਨ ਦੇਖਦੇ ਹਾਂ ਤਾਂ ਸਾਨੂੰ ਉਸੇ ਤਰੀਕੇ ਦੀ ਪੋਜੀਸ਼ਨ ਨਜ਼ਰ ਆਉਂਦੀ ਹੈ ਜਿਹੜੇ ਭਗਤ ਸਿੰਘ ਦੇ ਅਖੀਰਲੇ ਦਿਨਾਂ 'ਚ ਲਾਹੌਰ ਜੇਲ੍ਹ ਦੇ ਸੀ, ਉਹਨਾਂ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਔਰ ਉਸ ਮੌਕੇ ਬਹੁਤ ਨਮੋਸ਼ੀ ਹੁੰਦੀ ਹੈ ਕਿ ਜਨਰੇਸ਼ਨ ਗੁਜ਼ਰ ਗਈਆਂ ਪਰ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਹਜੇ ਵੀ ਸਾਨੂੰ ਸੁਪਨਾ ਹੀ ਨਜ਼ਰ ਆਉਂਦੀ ਹੈ, ਉਸ ਤਰ੍ਹਾਂ ਅਸੀਂ ਬਿਲਕੁਲ ਵੱਧ ਨਹੀਂ ਪਾਏ। ਉਹਨਾਂ ਦੇ ਜੋ ਜਿਹੜੀਆਂ ਰਾਈਟਿੰਗਸ ਹੈ ਜਿਹਦੇ ਵਿੱਚ ਦਲਿਤ ਦੇ ਸਵਾਲ ਦੀ ਗੱਲ ਹੈ ਜਾਂ ਅਨਟਚੇਬਿਲਿਟੀ ਅਛੂਤ ਦੇ ਸਵਾਲ ਦੀ ਗੱਲ ਕਰਦੇ ਆ, ਜਿੱਥੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਅਛੂਤ ਨਹੀਂ ਹੋਣਾ ਚਾਹੀਦਾ। ਉਹਨੇ ਦੰਗਿਆਂ ਦੀ ਗੱਲ ਕੀਤੀ ਹੈ ਕਿ ਦੰਗਿਆਂ ਦਾ ਕੀ ਇਲਾਜ ਹੋਣਾ ਚਾਹੀਦਾ। ਜੇ ਅਸੀਂ ਉਹਨਾਂ ਸਾਰਿਆਂ ਨੂੰ ਪੜ੍ਹੀਏ ਔਰ ਜਿਸ ਦਾ ਰੈਫਰੈਂਸ ਪ੍ਰਗਟ ਸਿੰਘ ਗਰਚਾ ਹੁਣੀ ਕੀਤਾ ਉਸ ਗੱਲ ਦੇ ਵੱਲ ਅਸੀਂ ਦੇਖੀਏ ਤਾਂ ਮੈਂ ਨਾਸਤਿਕ ਕਿਉਂ ਹਾਂ, ਜਦੋਂ ਮੈਂ ਉਸ ਨੂੰ ਪੜ੍ਹਿਆ ਤਾਂ ਬਾਰ-ਬਾਰ ਪੜ੍ਹਿਆ ਤਾਂ ਮੈਂ ਇੱਕ ਗੱਲ ਕਹਿ ਸਕਦਾ ਕਿ ਭਗਤ ਸਿੰਘ ਦੀ ਸੋਚ ਪੱਕੀ ਸੀ ਕਿ ਜੋ ਵੀ ਗੱਲ ਤੁਹਾਡੇ ਸਾਹਮਣੇ ਆਉਂਦੀ ਹੈ, ਜੋ ਵੀ ਤੱਥ ਤੁਹਾਡੇ ਸਾਹਮਣੇ ਆਉਂਦੇ ਆ ਉਹਨਾਂ ਨੂੰ ਲੌਜਿਕ ਦੀ ਕਸੌਟੀ ਤੇ ਪਰਖਣਾ ਜ਼ਰੂਰੀ ਹੈ, ਰੈਸ਼ਨਲ ਤੇ ਲੌਜਿਕ ਹੋਣਾ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀ ਇਹ ਸੋਚ ਕਿ ਜੋ ਸ਼ਹੀਦ ਭਗਤ ਸਿੰਘ ਜਾਂ ਉਹ ਉਹਦੇ ਸਾਥੀ ਕਿਸੇ ਇੱਕ ਦੂਸਰੇ ਨੂੰ ਗੱਲ ਕਹਿ ਰਹੇ ਆ, ਕਹਿੰਦੇ ਇਸ ਤਰ੍ਹਾਂ ਸਵਾਲ ਕਰੋ। ਜਦ ਤੱਕ ਤੁਸੀਂ ਸਵਾਲ ਨਹੀਂ ਕਰੋਗੇ ਕੋਈ ਤਰੱਕੀ ਮੁਮਕਿਨ ਨਹੀਂ। ਕੋਈ ਇੱਕ 23 ਸਾਲ ਦਾ ਨੌਜਵਾਨ ਆਪਣੀ ਰਾਈਟਿੰਗ 'ਚ ਇਹ ਗੱਲ ਕਹਿੰਦਾ ਕਿ ਜੋ ਮੈਂ ਗੱਲ ਕਰ ਰਿਹਾ ਉਸ ਤੇ ਵੀ ਸਵਾਲ ਚੁੱਕੋ। ਮੈਂ ਤੁਹਾਤੋਂ ਹਿੰਦੁਸਤਾਨ ਦੇ ਯੂਥ ਨੂੰ ਅਪੀਲ ਕਰਦਾ ਕਿ ਤੁਸੀਂ ਸਵਾਲ ਜ਼ਰੂਰ ਕਰੋ। ਜਦ ਤੱਕ ਤੁਸੀਂ ਸਵਾਲ ਨਹੀਂ ਕਰੋਗੇ ਤਰੱਕੀ ਨਹੀਂ ਹੋ ਸਕੇਗੀ। ਪਰ ਅੱਜ ਦੇ ਟਾਈਮ 'ਚ ਦੇਖ ਰਹੇ ਹਾਂ ਕਿ ਹਿੰਦੁਸਤਾਨ ਦਾ ਬਹੁਤ ਵੱਡਾ ਹਿੱਸਾ ਉਹ ਇੱਕ ਤਰਫ ਚਲਾ ਗਿਆ ਕਿ ਉਹਨਾਂ ਨੇ ਇਹ ਸੋਚ ਨੂੰ ਬਿਲਕੁਲ ਹੀ ਨਕਾਰ ਦਿੱਤਾ। ਭਗਤ ਸਿੰਘ ਦੀ ਸੋਚ ਅਨਟਚੇਬਿਲਿਟੀ ਦੇ ਪੂਰੀ ਤਰ੍ਹਾਂ ਅਗੇਂਸਟ ਸੀ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ। ਜੋ ਉਹਨਾਂ ਦੇ ਜੇਲ੍ਹ ਦੇ ਵਿੱਚ ਬੇਬੇ ਦੇ ਨਾਮ ਦੇ ਜੋ ਗੱਲਾਂ ਕੀਤੀਆਂ ਗਈਆਂ ਕਿ ਜੇ ਉਹਨਾਂ ਨੂੰ ਨੇ ਕਿਹਾ ਕਿ ਬੇਬੇ ਮੇਰੀ ਇਸ ਕਰਕੇ ਆਵੇ ਕਿਉਂਕਿ ਮੇਰਾ ਮਲ ਮੂਤਰ ਚੁੱਕਦੇ ਜਾਂ ਮੇਰੀ ਮਾਂ ਨੇ ਚੁੱਕਿਆ ਤੇ ਜਾਂ ਮੇਰੀ ਬੇਬੇ ਨੇ ਚੁੱਕਿਆ ਤੇ ਜਾਂ ਇਸਨੇ ਚੁੱਕਿਆ ਔਰ ਉਸਦੇ ਹੱਥ ਦੀ ਰੋਟੀ ਖਾਣੀ। ਕਿਸ ਤਰੀਕੇ ਦਾ ਮੈਸੇਜ ਉਹ ਸਾਰਿਆਂ ਨੂੰ ਦੇਣਾ ਚਾਹੁੰਦੇ ਸੀ ਵੀ ਕੋਈ ਦਲਿਤ ਨਹੀਂ ਹੈ, ਸਾਨੂੰ ਉਹ ਵੀ ਉਨਾ ਹੀ ਸਤਿਕਾਰ ਦੇ, ਉਸਦਾ ਸਤਿਕਾਰ ਜ਼ਿਆਦਾ ਕੀਤਾ। ਔਰ ਕਮਿਊਨਲਿਜ਼ਮ ਦੇ ਅਗੇਂਸਟ ਉਹ ਪੂਰੀ ਤਰ੍ਹਾਂ ਉਹਨਾਂ ਦੀ ਸੋਚ ਸੀ। ਕਿਸੇ ਵੀ ਤਰੀਕੇ ਨਾਲ ਜੋ ਬੰਦਾ ਆਪਣੇ ਆਪ ਨੂੰ ਸਾਇੰਟੀਫਿਕ ਐਥੀਸਟ ਕਹਿੰਦਾ, ਜੋ ਕਹਿੰਦਾ ਕਿ ਮੈਂ ਸੋਚ ਕਰਕੇ ਬਿਲਕੁਲ ਇਸ ਗੱਲ ਤੇ ਤੈਅ ਹੈ ਕਿ ਕੋਈ ਰੱਬ ਐਗਜ਼ਿਸਟ ਨਹੀਂ ਕਰਦਾ, ਉਹ 'ਚ ਕਮਿਊਨਲ ਫੰਡਾਮੈਂਟਲ ਤਾਂ ਹੋ ਨਹੀਂ ਸਕਦਾ। ਪਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਵੱਡਾ ਖਿੱਤਾ ਹਰੇਕ ਕਮਿਊਨਿਟੀ ਦਾ ਉਹ ਕਮਿਊਨਲ ਲਾਈਨ ਤੇ ਸੋਚਣ ਲੱਗ ਪਿਆ। ਤੇ ਤੁਹਾਨੂੰ ਕਿਸੇ ਮੌਕੇ ਮੈਨੂੰ ਤਾਂ ਫੀਲਿੰਗ ਆਉਂਦੀ ਹੁੰਦੀ ਹੈ
ਕਿ ਪਿਛਲੇ ਕੁਝ ਸਾਲਾਂ 'ਚ ਜੋ ਕੁਝ ਅਸੀਂ ਲਾਸਟ ਸੈਂਚੁਰੀ 'ਚ ਅੱਧਾ ਪਚੱਧਾ ਅਚੀਵ ਕੀਤਾ ਅਸੀਂ ਉਸ ਨੂੰ ਵੀ ਨਗੇਟ ਕਰ ਦਿੱਤਾ। ਇਸ ਤਰੀਕੇ ਦੇ ਵਿਚਾਰ ਆਉਂਦੇ ਨੇ। ਹਾਂ, ਮੈਂ ਇਹ ਜ਼ਰੂਰ ਕਹਾਂਗਾ ਕਿ ਇਸ ਤਰੀਕੇ ਦੇ ਦਿਨ ਤੇ ਛੁੱਟੀ ਮੈਨੂੰ ਚੰਗੀ ਨਹੀਂ ਲੱਗਦੀ। ਮੈਂ ਉਸ ਗੱਲ ਨੂੰ ਜ਼ਿਆਦਾ ਪ੍ਰੈਫਰ ਕਰਾਂਗਾ ਕਿ ਹਰੇਕ ਜਗ੍ਹਾ ਕੋਈ ਸੈਮੀਨਾਰ, ਕੋਈ ਕਥਾ, ਕੋਈ ਕਵਿਤਾ ਪੜ੍ਹੀ ਜਾਵੇ ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਇਸ ਤੋਂ ਇੰਸਪੀਰੇਸ਼ਨ ਮਿਲ ਸਕੇ। ਪੰਜਾਬ ਯੂਨੀਵਰਸਿਟੀ ਜਦੋਂ ਇਹ ਕਿਸੇ ਕਾਮਰੇਡ ਨੇ ਇਹ ਛੁੱਟੀ ਦੀ ਪ੍ਰਪੋਜ਼ਲ ਦਿੱਤੀ ਔਰ ਉਹਨਾਂ ਇਹ ਤੇ ਅਪੋਜ਼ ਕਿਸੇ ਨੇ ਕਰਨਾ ਨਹੀਂ ਸੀ, ਹੋ ਗਿਆ ਔਰ ਉਹਨਾਂ ਮੈਨੂੰ ਬੜੇ ਖੁਸ਼ ਹੋ ਕੇ ਦੱਸਿਆ ਕਿ ਮੈਂ ਕਰ ਲਿਆ। ਤੇ ਮੈਂ ਉਹਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ ਕਿ ਛੁੱਟੀ ਲੋਕੀ ਮਨਾਉਣ ਜਿਸ ਦਿਨ ਸਾਡੇ ਹੀਰੋ ਕਤਲ ਹੋਏ ਨੇ, ਔਰ ਜੋ ਹੀਰੋ ਇੰਨਾ ਪੜ੍ਹਦੇ ਸੀ, ਲਿਖਦੇ ਸੀ, ਕੰਮ ਕਰਦੇ ਸੀ, ਮਿਹਨਤ ਕਰਦੇ ਸੀ, ਉਦੋਂ ਅਸੀਂ ਛੁੱਟੀ ਬਣਾਈਏ ਵੀ ਇਹ ਕਿਸ ਤਰੀਕੇ ਦੀ ਸ਼ਰਧਾਂਜਲੀ ਅਸੀਂ ਇਸ ਤਰੀਕੇ ਨਾਲ ਦੇਣਾ ਚਾਹੁੰਦੇ ਹਾਂ। ਪਰ ਜੋ ਹੈ ਸੋ ਹੈ। ਪਰ ਜੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਕਟਰ ਪ੍ਰਗਟ ਵੱਲੋਂ ਔਰ ਡਾਕਟਰ ਖੁਸ਼ਵਿੰਦਰ ਵੱਲੋਂ, ਇਹ ਬਹੁਤ ਵੈਲਕਮ ਹੈ। ਕਿਉਂਕਿ ਮੈਂ ਇਸ ਤੇ ਹੋਰ ਵੀ ਕੁਝ ਗੱਲ ਕਰ ਸਕਦਾ ਸੀ, ਪਰ ਕਿਉਂਕਿ ਇੱਕ ਹੋਰ ਮੰਤਰੀ ਵੀ ਉੱਥੇ ਪਹੁੰਚੇ ਹੋਏ ਨੇ, ਐਜੂਕੇਸ਼ਨ ਮਿਨਿਸਟਰ ਦੇ ਘਰ ਕੁਝ ਬੰਦੇ ਟੀਚਰ ਪਹੁੰਚ ਚੁੱਕੇ ਜਿਨ੍ਹਾਂ ਨੇ ਮੀਟਿੰਗ ਅਰੇਂਜ ਕੀਤੀ ਹੈ, ਤੇ ਮੈਂ ਤੁਹਾਤੋਂ ਇਮੀਡੀਏਟਲੀ ਹੁਣ ਛੁੱਟੀ ਲੈ ਕੇ ਜਾਣਾ ਚਾਹਾਂਗਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਤੁਹਾਡੇ ਜਿਹੜੇ ਵਿਊਜ਼ ਨੇ ਉਹ ਹਮੇਸ਼ਾ ਸਾਡੇ ਲਈ ਇੱਕ ਨਵਾਂ ਰਾਹ ਦਸੇਰਾ ਬਣਦੇ ਰਹੇ ਨੇ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਨੂੰ ਆਪਣੇ ਸਵੈ ਪੜਚੋਲ ਕਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਤੱਕ ਇਹਨਾਂ 90 ਸਾਲਾਂ ਦੇ ਵਿੱਚ ਪਹੁੰਚੇ ਹਾਂ ਤੇ ਕਿਸ ਹੱਦ ਤੱਕ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਜੋ ਸੁਪਨਿਆਂ ਦਾ ਭਾਰਤ ਸੀ ਉਹ ਬਣਾਉਣ ਦੇ ਵਿੱਚ ਸਫਲ ਹੋਏ ਹਾਂ, ਜਾਂ ਹੁਣ ਸਾਡੇ ਮੋਢਿਆਂ ਤੇ ਕੀ ਜ਼ਿੰਮੇਵਾਰੀਆਂ ਨੇ। ਸੋ ਅਸੀਂ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੋਂ ਸ਼ਹੀਦ ਭਗਤ ਸਿੰਘ ਜੀ ਦੇ ਵਿਚਾਰਾਂ ਬਾਰੇ ਇੱਕ ਖੁੱਲੇ ਟਾਈਮ ਦੇ ਵਿੱਚ ਇੱਕ ਚਰਚਾ ਵੀ ਕਰ ਸਕੀਏ। ਤੇ ਅੱਜ ਦੇ ਦਿਨ ਦੇ ਵਿੱਚ ਤੁਹਾਡੇ ਜੁੜਨ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਰਹਾਂਗੇ। ਤੇ ਨਾਓ ਆਈ ਰਿਕੁਐਸਟ ਡਾਕਟਰ ਗੁਰਵਿੰਦਰ ਸਿੰਘ ਜੀ, our CTF member, for a vote of thanks. Dr. Gurvinder Singh ji, please. Thank you sir। ਅੱਜ ਦੇ ਇਸ ਮੌਕੇ ਤੇ ਮੈਨੂੰ CTF ਵੱਲੋਂ ਤੁਸੀਂ ਬੋਲਣ ਦਾ ਮੌਕਾ ਦਿੱਤਾ ਹੈ। ਧੰਨਵਾਦ ਦੇ ਦੋ ਸ਼ਬਦ ਕਹਿਣ ਤੋਂ ਪਹਿਲਾਂ, ਅੱਜ ਜਿਸ ਮਹਾਨ ਸ਼ਹੀਦ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ ਉਸ ਦੀ ਸੋਚ ਤੇ, ਜਿਵੇਂ ਸਾਡੇ ਡਾਕਟਰ ਖੁਸ਼ਵਿੰਦਰ ਜੀ ਨੇ, ਸਾਡੇ ਆਪਣੇ ਡਾਕਟਰ ਜਗਵੰਤ ਸਿੰਘ ਜੀ ਨੇ ਦੱਸਿਆ ਹੈ ਕਿ ਉਹ ਕਿੱਡੀ ਉੱਚੀ ਸੋਚ ਦੇ ਮਾਲਕ ਸਨ। ਸਰ ਨੇ ਬੜੇ ਹੀ ਸੰਖੇਪ ਸ਼ਬਦਾਂ ਦੇ ਵਿੱਚ ਇੱਕ ਭੰਗੀ ਦੀ ਜਿਹੜੀ ਉਦਾਹਰਨ ਦਿੱਤੀ ਹੈ ਕਿ ਕਿਵੇਂ ਜਦੋਂ ਅੰਤਮ ਸਮੇਂ ਤੇ ਉਹਦੀ ਇੱਛਾ ਸੀ ਭਗਤ ਸਿੰਘ ਦੀ ਪੁੱਛੀ ਗਈ ਤਾਂ ਉਹਨੇ ਕਿਹਾ ਕਿ ਮੈਂ ਇਹਦੇ ਹੱਥ ਦੀ ਰੋਟੀ ਖਾਣੀ ਚਾਹੁੰਦਾ ਹਾਂ। ਤਾਂ ਉਹ ਉੱਥੇ ਜਿਵੇਂ ਸਾਰੇ ਦੱਸਿਆ ਸੀ ਕਿ ਉਹ ਜਿਵੇਂ ਮਾਂ ਛੋਟੇ ਬੱਚੇ ਦੀ ਸੇਵਾ ਕਰਦੀ ਹੈ, ਉਹਦਾ ਮਲ ਮੂਤਰ ਸੰਭਾਲਦੀ ਹੈ, ਉਵੇਂ ਹੀ ਉੱਥੇ ਭਗਤ ਸਿੰਘ ਦੀ ਕੋਠੜੀ ਦੇ ਵਿੱਚ ਭਗਤ ਸਿੰਘ ਨੂੰ ਉਹਨੇ ਸੰਭਾਲਿਆ। ਤੇ ਇੱਥੇ ਜਿਹੜਾ ਸੰਦੇਸ਼ ਸੀਗਾ ਉਹ ਸੰਦੇਸ਼ ਭਗਤ ਸਿੰਘ ਦੀ, ਚਾਹੇ ਤੁਸੀਂ ਕਿਤਾਬ ਮੈਂ ਨਾਸਤਕ ਸ਼ੁਰੂ ਕਰਦੇ ਹਾਂ, ਪਰ ਮੈਂ ਗੁਰਬਾਣੀ ਦੀ ਕੋਟੇਸ਼ਨ ਤੋਂ ਦਾਂਗਾ, ਮਾਨਸ ਕੀ ਜਾਤ ਏਕ ਹੈ ਪਹਿਚਾਨਬੋ। ਤੇ ਜੋ ਗੁਰਬਾਣੀ ਦੇ ਵਿੱਚ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ ਦਾ ਜੋ ਸੰਦੇਸ਼ ਸਾਨੂੰ ਮਿਲਦਾ ਹੈ, ਉਹ ਸੰਦੇਸ਼ ਭਗਤ ਸਿੰਘ ਆਪਣੇ ਜੀਵਨ ਦੇ ਵਿੱਚ ਜਿਉ ਕੇ ਦੇ ਗਿਆ ਹੈ ਕਿ ਸਾਰੇ ਹੀ ਮਨੁੱਖ ਜਿਹੜੇ ਨੇ ਉਹ ਇੱਕ ਸਮਾਨ ਨੇ। ਸਾਰੇ ਹੀ ਮਨੁੱਖ ਜਿਹੜੇ ਨੇ ਉਹਨਾਂ ਵਿੱਚ ਕੋਈ ਊਚ ਨਹੀਂ, ਜਾਤ ਪਾਤ ਨਹੀਂ। ਸੋ ਜਿਸ ਸੁਪਨਿਆਂ ਦੇ ਦੇਸ਼ ਦੀ ਕਲਪਨਾ ਭਗਤ ਸਿੰਘ ਜੀ ਕਰਦੇ ਸਨ, ਉਹ ਇੱਕ ਸਮਾਜਵਾਦ ਦੀ ਗੱਲ ਕਰਦੇ ਸਨ। ਕਿਉਂਕਿ ਉਹਨਾਂ ਦੀਆਂ ਜਦੋਂ ਲਿਖਤਾਂ ਪੜ੍ਹਦੇ ਹਾਂ ਤਾਂ ਉੱਥੋਂ ਸਪਸ਼ਟ ਬਹੁਤ ਜਗ੍ਹਾ ਤੇ ਮਿਲਦਾ ਹੈ ਕਿ ਉਹ ਕਈ ਜਗ੍ਹਾ ਤੇ ਆਪਣੇ ਸਾਥੀਆਂ ਨੂੰ ਇਹ ਕਹਿ ਰਹੇ ਨੇ ਕਿ ਆਜ਼ਾਦੀ ਲੈਣਾ ਹੀ ਸਭ ਕੁਝ ਨਹੀਂ, ਆਜ਼ਾਦੀ ਸਾਨੂੰ ਬਹੁਤ ਜਲਦ ਮਿਲ ਜਾਏਗੀ। ਮੇਰਾ ਜੋ ਮਨ ਦੇ ਵਿੱਚ ਵਿਚਾਰ ਹੈ, ਜੋ ਮੈਂ ਦੇਖਦਾ ਹਾਂ, ਉਹ ਇਹ ਦੇਖਦਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਦਾ ਸਰੂਪ ਕਿਹੋ ਜਿਹਾ ਹੋਏਗਾ, ਭਾਰਤ ਦਾ ਸਿੱਖਿਆ ਜਿਹੜਾ ਪ੍ਰਣਾਲੀ ਹੈ ਉਹ ਕਿਹੋ ਜਿਹੀ ਹੋਏਗੀ, ਆਰਥਿਕ, ਰਾਜਨੀਤਿਕ, ਸਮਾਜਿਕ ਢਾਂਚਾ ਕਿਹੋ ਜਿਹਾ ਹੋਏਗਾ, ਉਹ ਉਦੋਂ ਹੀ ਇੱਕ ਸਮਾਜਵਾਦੀ ਢਾਂਚੇ ਦੀ ਜਿਹੜੀ ਕਲਪਨਾ ਹੈ ਉਹ ਇਹੋ ਜਿਹੀ ਕਰ ਰਹੇ ਸਨ। ਇੰਨੀ ਦੂਰ ਦ੍ਰਿਸ਼ਟੀ ਦੇ ਮਾਲਕ ਭਗਤ ਸਿੰਘ ਦੇ ਜੀਵਨ 'ਚ ਬਹੁਤ ਕੁਝ ਐਸਾ ਹੈ ਜਿਸ ਨੂੰ ਅਸੀਂ ਪੜ੍ਹਦੇ ਸੁਣੀਏ। ਸੋ ਅੱਜ ਜਿਹੜੀ ਲੋੜ ਹੈ ਉਹ ਲੋੜ ਹੈ ਸਾਨੂੰ ਸਾਹਿਤ ਨੂੰ ਪੜ੍ਹਨ ਦੀ। ਜਦੋਂ ਅਸੀਂ ਇਤਿਹਾਸ ਨੂੰ, ਸਾਹਿਤ ਨੂੰ ਪੜ੍ਹਾਂਗੇ, ਘੋਖਾਂਗੇ, ਵਿਚਾਰ ਕਰਾਂਗੇ, ਤਾਂ ਹੀ ਅਸੀਂ ਉਹਨਾਂ ਦੀ ਸਹੀ ਸੋਚ ਜਿਹੜੀ ਹੈ ਉਹਨੂੰ ਸਮਝ ਪਾਵਾਂਗੇ। ਅਕਸਰ ਅਸੀਂ ਭਗਤ ਸਿੰਘ ਦੇ ਇੱਕ ਪੋਸਟਰ ਨੂੰ ਦੇਖਦੇ ਹਾਂ
ਜਿਹਦੇ 'ਚ ਉਹਨਾਂ ਨੇ ਡੱਬ 'ਚ ਪਿਸਤੌਲ ਪਾਈ ਹੈ, ਤੁਰਲੇ ਪੱਗ ਬੰਨ੍ਹੀ ਹੈ, ਉਹ ਇੱਕ ਨੁੱਕੜ ਨਾਟਕ ਦਾ ਪੋਸਟਰ ਹੈ, ਜਿਸ ਤੋਂ ਅਸੀਂ ਕਈ ਵਾਰ ਉਹਨਾਂ ਦੇ ਇੱਕ ਵੱਖਰੇ ਅਕਸ਼ ਨੂੰ ਲੈ ਲੈਂਦੇ ਹਾਂ। ਉਹਨਾਂ ਦਾ ਅਕਸ਼ ਉਹ ਜਿਹਾ ਨਹੀਂ ਸੀ ਜਿਹਾ ਸਾਨੂੰ ਪੋਸਟਰਾਂ 'ਤੇ ਦਿਖਾਇਆ ਜਾਂਦਾ ਹੈ। ਉਹਨਾਂ ਦਾ ਅਕਸ਼ ਇੱਕ ਬਹੁਤ ਉੱਚੀ ਤੇ ਸੁੱਚੀ ਸੋਚ ਦਾ ਸੀ। ਸੋ ਭਗਤ ਸਿੰਘ ਸੱਚਮੁੱਚ ਜੋ ਹੈ ਇੱਕ ਉਹ ਯੋਧਾ ਹੈ ਜੋ ਇੱਕ ਦਾਰਸ਼ਨਿਕ ਸੀ, ਜੋ ਇੱਕ ਸਮਾਜ ਸ਼ਾਸਤਰੀ ਸੀ, ਜੋ ਇੱਕ ਅਰਥ ਸ਼ਾਸਤਰੀ ਸੀ, ਜਿਸ ਦੇ ਜ਼ਿਹਨ ਦੇ ਵਿੱਚ ਇੱਕ ਐਸੇ ਭਾਰਤ ਦਾ ਸੁਪਨਾ ਸੀ ਜਿੱਥੇ ਹਰ ਕੋਈ ਇੱਕ ਬਰਾਬਰ ਹੋਵੇ, ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਵਾਲੀ ਅਵਸਥਾ ਜਿਹੜੀ ਸੀਗੀ ਉਹਦੇ ਲੋਕ ਹੋਣ। ਸੋ ਅਜਿਹੀ ਅਵਸਥਾ ਦਾ, ਅਜਿਹੇ ਦੇਸ਼ ਦੀ ਕਲਪਨਾ ਉਹਦੀ ਇੱਕ ਸੋਚ ਸੀਗੀ। ਸੋ ਅਸੀਂ ਸਾਰੇ ਨੌਜਵਾਨਾਂ ਨੇ ਵੀ ਪ੍ਰੇਰਿਤ ਹੋਣਾ ਹੈ, ਸਾਹਿਤ ਪੜ੍ਹਨਾ ਹੈ, ਉਹਨਾਂ ਦੇ ਦਰਸ਼ਨ ਨੂੰ ਲੈਣਾ ਹੈ, ਤਾਂ ਜੋ ਅਸੀਂ ਉਹ ਜਿਹਾ ਸਮਾਜ ਉਹ ਸਿਰਜਣਾ ਚਾਹੁੰਦੇ ਸੀ ਉਸ ਨੂੰ ਅੱਗੇ ਸਿਰ ਸਕੀਏ। ਸੋ ਇਸ ਦੇ ਨਾਲ ਮੈਂ ਆਪਣੇ ਵੱਲੋਂ, CTF ਵੱਲੋਂ ਅੱਜ ਇਸ ਮਹਾਨ ਸ਼ਹੀਦ ਨੂੰ, ਰਾਜਗੁਰੂ ਨੂੰ, ਸੁਖਦੇਵ ਜੀ ਨੂੰ, ਸਭ ਨੂੰ ਸ਼ਰਧਾਂਜਲੀ ਪ੍ਰਗਟ ਕਰਦਾ ਹਾਂ ਤੇ ਨਾਲ ਦੀ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਖੁਸ਼ਵਿੰਦਰ ਕੁਮਾਰ ਜੀ ਦਾ, ਪ੍ਰਿੰਸੀਪਲ ਮੋਦੀ ਕਾਲਜ, ਪ੍ਰੈਜ਼ੀਡੈਂਟ CTF ਦਾ, ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਵੈਬੀਨਾਰ ਤੇ ਜੁੜੇ ਤੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਾਨੂੰ ਦੇ ਬਹੁਤ ਸਾਰੇ ਪਹਿਲੂਆਂ ਤੋਂ, ਉਹਨਾਂ ਦੀ ਸੋਚ ਤੋਂ ਸਾਨੂੰ ਜਾਣੂ ਕਰਵਾਇਆ ਹੈ। ਧੰਨਵਾਦ ਕਰਦੇ ਹਾਂ ਡਾਕਟਰ ਜਗਵੰਤ ਸਿੰਘ ਜੀ ਦਾ, ਜਿਹਨੇ ਬਹੁਤ ਰਜ਼ੇਵਿਆਂ ਦੇ ਵਿੱਚੋਂ ਸਮਾਂ ਕੱਢਦਿਆਂ ਹੋਇਆਂ ਸਾਨੂੰ ਭਗਤ ਸਿੰਘ ਜੀ ਦੇ ਜ਼ਿੰਦਗੀ ਦੇ ਕੁਝ ਅਣਕਹੇ ਪਹਿਲੂਆਂ ਨੂੰ ਇੱਕ ਵੱਖਰੇ ਹੀ ਨਜ਼ਰੀਏ ਤੋਂ ਸੋਚਣ ਦੇ ਲਈ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਹੈ ਕਿ ਹਰ ਗੱਲ ਨੂੰ ਜਦੋਂ ਸੋਚਦੇ ਹਾਂ ਤਾਂ ਇੱਕ ਵੱਖਰਾ ਨਜ਼ਰੀਆ ਜਿਹੜਾ ਉਹ ਵੀ ਲੈ ਸਕਦੇ ਹਾਂ। ਸੋ ਸਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਧੰਨਵਾਦ ਕਰਦੇ ਹਾਂ ਡਾਕਟਰ ਪ੍ਰਗਟ ਸਿੰਘ ਗਰਚਾ ਜੀ ਦਾ, ਪ੍ਰਿੰਸੀਪਲ GSG ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ, ਸੋ GSG ਖਾਲਸਾ ਕਾਲਜ ਗੁਰੂ ਸਾਹਿਬ ਸੁਧਾਰ ਜੀ ਦਾ, ਜਿਨ੍ਹਾਂ ਨੇ ਅੱਜ ਦੇ ਇਸ ਵੈਬੀਨਾਰ ਨੂੰ ਕੰਡਕਟ ਕੀਤਾ ਹੈ। ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੱਜ ਸਾਰਿਆਂ ਨੂੰ ਇਕੱਤਰ ਕੀਤਾ ਹੈ ਤੇ ਧੰਨਵਾਦ ਹੈ ਹਰ ਇੱਕ ਉਸ ਵਿਅਕਤੀ ਦਾ ਜੋ ਅੱਜ ਸਾਡੇ ਨਾਲ ਜੁੜਿਆ ਹੈ, ਜਿਨ੍ਹਾਂ ਨੇ ਅੱਜ ਵਰਚੁਅਲ ਪਲੇਟਫਾਰਮ ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ, ਉਹਨਾਂ ਦੇ ਵਿਚਾਰਾਂ ਨੂੰ ਸੁਣਨ ਦਾ ਮੌਕਾ ਲਿਆ ਹੈ ਤੇ ਨਾਲ ਦੀ ਨਾਲ ਧੰਨਵਾਦ ਦੇ ਹੈ CTF ਦਾ। ਤੇ ਨਾਲ ਨਾਲ ਇੱਕ ਹੋਰ ਹੈ ਬੇਨਤੀ ਵੀ ਇਹ ਹੈ ਕਿ ਸਾਹਿਤ ਪੜ੍ਹੋ, ਇਤਿਹਾਸ ਪੜ੍ਹੋ। ਜਿਵੇਂ ਹਮ ਡਾਕਟਰ ਜਗਵੰਤ ਸਿੰਘ ਨੇ ਕਿਹਾ ਹੈ ਕਿ ਅਸੀਂ ਸਿਰਫ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਸਰਾਭਾ ਬਾਰੇ ਨਹੀਂ, ਸਗੋਂ ਸਾਰੇ ਹੀ ਮਹਾਨ ਆਜ਼ਾਦੀ ਘੁਲਾਟੀਆਂ ਬਾਰੇ ਪੜ੍ਹੀਏ, ਤਾਂ ਜੋ ਜਿਹੜਾ ਇੱਕ ਭਾਰਤ ਦੀ ਗੱਲ ਕਰਦੇ ਹਾਂ, ਇੰਟੀਗ੍ਰੇਟਿਡ ਕੰਟਰੀ ਦੀ ਗੱਲ ਕਰਦੇ ਹਾਂ ਕਿ ਸਾਰਾ ਰਾਸ਼ਟਰ ਇੱਕ ਹੈ, ਸਾਨੂੰ ਸਾਰੇ ਰਾਸ਼ਟਰ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਅਸੀਂ ਉਹਨਾਂ ਦੇ ਵੀ ਦਿਨ ਅਜਿਹੇ ਤੇ ਢੰਗ ਨਾਲ ਮਨਾਈਏ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਵਿਦਿਆਰਥੀਆਂ ਨੂੰ ਸਾਡੇ ਇਹਨਾਂ ਆਜ਼ਾਦੀ ਘੁਲਾਟੀਆਂ ਦੇ ਜੀਵਨ ਸੰਘਰਸ਼ ਤੇ ਜਿਹੜੀ ਜਾਣਕਾਰੀ ਪ੍ਰਾਪਤ ਹੋਵੇ, ਉਹਨਾਂ ਦੀ ਸੋਚ ਤੋਂ ਜਾਣ ਸਕਣ ਤੇ ਫਿਰ ਦੇਖ ਸਕਣ ਕਿ ਉਹਨਾਂ ਹਾਲਾਤਾਂ ਵਿੱਚ ਕਿਵੇਂ ਲੜ ਕੇ ਉਹਨਾਂ ਨੇ ਆਜ਼ਾਦੀ ਪ੍ਰਾਪਤ ਕੀਤੀ। ਸੋ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਜੀ। So it's over to Dr. Pragat ji. Thank you, Dr. Gurvinder ji, for your valuable views and presenting a vote of thanks. And very thanks to all, each and every person who have joined us, जिन्होंने सानू join किया, बच्चियां ने, अध्यापकों ने, प्रिंसिपल साहिबान ने, पंजाब तो बाहरों प्रोफेसर रमेश जी ने। सो इस कोशिश वास्ते हौसला बढ़ाने लई ਅਸੀਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ ਤੇ ਸਾਡੇ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੈ, ਜੋ ਕਿ ਇੱਕ ਅਧਿਆਪਕ ਦੇ ਨਾਤੇ ਸਾਡਾ ਫਰਜ਼ ਬਣਦਾ, ਅਸੀਂ ਉਹਨੂੰ ਕਿਸੇ ਨਾ ਕਿਸੇ ਬਹਾਨੇ ਜ਼ਰੂਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਸੋ ਜਿੰਨੇ ਵੀ ਅਧਿਆਪਕ ਨੇ, ਮੈਂ ਜਦੋਂ ਇੱਕ ਐਂਡ ਤੇ ਇੱਕ ਲਾਈਨ ਕਹਿ ਕੇ ਅੱਜ ਦੀ ਮੀਟਿੰਗ ਖਤਮ ਕਰਨ ਲੱਗਾ ਕਿ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਵੀ ਪੜ੍ਹਨ ਦੀ ਤੇ ਜਿਹੜੇ ਬੱਚਿਆਂ ਨੂੰ ਅਸੀਂ ਪੜ੍ਹਾ ਰਹੇ ਹਾਂ ਸਕੂਲੀ ਪੱਧਰ ਦੇ ਉੱਤੇ ਉਹਨਾਂ ਦੀ ਵੀ ਪੜਚੋਲ ਕਰਨ ਦੀ ਲੋੜ ਹੈ। ਮੈਂ 2 ਜਾਂ 3 ਬੁੱਕਸ ਸਕੂਲ ਦੇ ਵਿੱਚੋਂ ਲਈਆਂ ਸੀ, ਜਿਨ੍ਹਾਂ ਦੇ ਵਿੱਚੋਂ ਦੇਖੋ ਐਡੀ ਵੱਡੀ ਗਲਤੀ ਵੀ ਹੈਗੀ ਹੈ ਕਿ ਚਾਹੇ ਉਹ ਪਬਲਿਸ਼ਰ ਦੀਆਂ ਬੁੱਕਸ ਡਾਇਰੈਕਟਲੀ ਸਕੂਲ ਦੇ ਵਿੱਚ CBSE ਸਕੂਲ 'ਚ ਲੱਗੀਆਂ ਨੇ ਜਾਂ ਪਹਿਲਾਂ ਲੱਗੀਆਂ ਹੁੰਦੀਆਂ ਸੀ, ਉਸ ਬੁੱਕ ਦੇ ਵਿੱਚ ਉਹਨਾਂ ਦਾ ਜਨਮ ਵੀ 11 ਨਵੰਬਰ 1907 ਲਿਖਿਆ ਹੋਇਆ। ਸੋ ਏਡੀਆਂ ਵੱਡੀਆਂ ਗਲਤੀਆਂ ਦੇ ਨਾਲ ਜਿਹੜੀਆਂ ਬੁੱਕਸ ਦੇ ਵਿੱਚ ਇਨਫੋਰਮੇਸ਼ਨ ਪਈ ਹੈ। ਸੋ ਅਧਿਆਪਕ ਦੇ ਨਾਤੇ ਸਾਨੂੰ ਉਹਨਾਂ ਚੀਜ਼ਾਂ ਦੀ ਇਵੈਲਿਊਸ਼ਨ ਕਰਨ ਦੀ ਲੋੜ ਹੈ, ਇਹਨਾਂ ਗੱਲਾਂ ਨੂੰ ਸਾਡੇ ਬੱਚਿਆਂ ਤੱਕ, ਇਹਨਾਂ ਵੈਲਿਊ ਕਲਚਰ ਨੂੰ, ਇਸ ਤਰ੍ਹਾਂ ਦੀਆਂ ਵਿਚਾਰਾਂ ਨੂੰ, ਤਾਂ ਕਿ ਭਗਤ ਸਿੰਘ ਦੀ ਸਹੀ ਤਸਵੀਰ ਸਾਡੇ ਸਮਾਜ ਦੇ ਸਾਹਮਣੇ ਆ ਸਕੇ, ਇੱਕ ਚਿੰਤਕ ਦੇ ਤੌਰ ਤੇ, ਇੱਕ ਰੀਡਰ ਦੇ ਤੌਰ ਤੇ, ਇੱਕ ਦੇਸ਼ ਭਗਤ ਦੇ ਤੌਰ ਤੇ।
ਸੋ ਅਸੀਂ ਇੱਕ ਵਾਰ ਫਿਰ ਤੋਂ ਆਪਣੀ ਸ਼ਰਧਾਂਜਲੀ ਦੇ ਫੁੱਲ ਪ੍ਰਗਟ ਕਰਦੇ ਹਾਂ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਤੇ ਸੁਖਦੇਵ ਜੀ ਨੂੰ। ਤਾਂ ਇਹਦੇ ਨਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। A mediocre teacher explains, a good teacher demonstrates, and a great teacher inspires. A journey which began over 100 years ago. This is the story of Guru Har Gobind Sahib Khalsa College, also known as the Wonder in Rural Hinterland.